ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਲਾਰ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 12ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1283 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ, ਮਹਿਲ ਦੇਖ ਅਰਦਾਸ ਪਾਏ। ਬਾਬੀਹਾ ਦਾ ਮਤਲਬ ਹੈ ਪਪੀਹੇ ਹੀ ਜਿਗਿਆਸੂ। ਇਹ ਮਨੁੱਖ, ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ, ਮਾਲਕ ਦਾ ਨਿਵਾਸ ਨਹੀਂ ਜਾਣਦਾ, ਯਾਨੀ ਪ੍ਰਭੂ ਦੇ ਨਾਲ ਤੇਰਾ ਸੰਬੰਧ ਨਹੀਂ ਹੈ, ਤਾਂ ਤੂੰ ਮਾਇਆ ਦੀ ਤ੍ਰਿਸ਼ਨਾ ਦੇ ਨਾਲ ਆਤੁਰ ਹੋ ਰਿਹਾ ਹੈ। ਮਹਿਲ ਦੇਖ ਅਰਦਾਸ ਪਾਏ। ਅਰਦਾਸ ਪਾਏ ਦਾ ਮਤਲਬ ਜੋਦੜੀ ਕਰ, ਅਰਦਾਸ ਕਰ ਤੇ ਤੂੰ ਆਪਣੇ ਪ੍ਰਭੂ ਦਾ ਮਹਿਲ ਦੇਖ। ਮਹਿਲ ਦਾ ਮਤਲਬ ਉਹਦਾ ਟਿਕਾਣਾ ਦੇਖ। ਤਾਂ ਇਸ ਪਾਵਨ ਪੰਕਤੀ ਦਾ ਭਾਵ ਅਰਥ ਸਮਝਣ ਦਾ ਯਤਨ ਕਰਨਾ। ਮਨੁੱਖ ਆਤੁਰ ਤਾਂ ਹੈ, ਦੁਖੀ ਤਾਂ ਹੈ ਕਿ ਇਸ ਨੂੰ ਇਹ ਗਿਆਨ ਨਹੀਂ ਹੈ ਕਿ ਮੇਰੇ ਅੰਦਰ ਪ੍ਰਭੂ ਆਪ ਵਸ ਰਿਹਾ ਹੈ, ਮੈਂ ਉਸ ਰੱਬ ਦਾ ਰੂਪ ਹਾਂ। ਜੇਕਰ ਇਸ ਆਤੁਰਤਾ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਫਿਰ ਇਸ ਨੂੰ ਯਤਨ ਕਰਨਾ ਚਾਹੀਦਾ ਹੈ ਆਪਣੇ ਆਪੇ ਨੂੰ ਪਛਾਣਨ ਦਾ। ਜਦੋਂ ਆਪਣੇ ਆਪੇ ਨੂੰ ਪਹਿਚਾਣੇਗਾ ਤਾਂ ਇਸ ਦੇ ਅੰਦਰੋਂ ਤ੍ਰਿਸ਼ਨਾ ਆਦਿਕ ਦੀ ਅਗਨ ਬੁਝ ਜਾਏਗੀ। ਇਸ ਲਈ ਹੈ ਮੇਰੇ ਮਨਾ, ਪ੍ਰਭੂ ਅੱਗੇ ਅਰਦਾਸ ਕਰ ਔਰ ਉਹਦੇ ਟਿਕਾਣੇ ਨੂੰ ਆਪਣੇ ਅੰਦਰ ਵੇਖ, ਉਹਨੂੰ ਆਪਣੇ ਅੰਦਰ ਅਨੁਭਵ ਕਰ, ਉਹਨੂੰ ਆਪਣੇ ਅੰਦਰ ਸਮਝ। ਆਪਣੇ ਭਾਣੇ ਬਹੁਤਾ ਬੋਲੇ, ਬੋਲਿਆ ਥਾਏ ਨਾ ਪਾਏ। ਆਪਣੇ ਭਾਣੇ ਦਾ ਮਤਲਬ ਆਪਣੀ ਮਰਜ਼ੀ ਨਾਲ, ਆਪ ਹੁਦਰੇਪਨ ਦੇ ਨਾਲ। ਜੇਕਰ ਤੂੰ ਬਹੁਤ ਜ਼ਿਆਦਾ ਵੀ ਬੋਲੇ ਤਾਂ ਬੋਲਿਆ ਹੋਇਆ ਤੇਰਾ ਥਾਏ ਨਹੀਂ ਪਏਗਾ, ਕਬੂਲ ਨਹੀਂ ਹੋਏਗਾ। ਜੇ ਤੂੰ ਆਪਣੀ ਮਰਜ਼ੀ ਦੇ ਨਾਲ ਬੋਲੇ, ਭਾਵ ਕਿ ਜੇ ਮਨੁੱਖ ਆਪ ਹੁਦਰੇਪਨ ਦੇ ਨਾਲ ਬੋਲਦਾ ਵੀ ਰਹੇ ਤਾਂ ਉਹ ਬੋਲਣਾ ਉਹਦਾ ਥਾਂ ਨਹੀਂ ਪੈਂਦਾ। ਮਿਸਾਲ ਵਜੋਂ ਜਿਵੇਂ ਆਮ ਜਨਤਾ ਹੈ, ਆਮ ਲੋਕ ਕਹਿ ਰਹੇ ਨੇ ਸੱਚ ਬੋਲਣਾ ਚਾਹੀਦਾ ਹੈ, ਪਿਆਰ ਨਾਲ ਰਹਿਣਾ ਚਾਹੀਦਾ ਹੈ, ਚੋਰੀ ਨਹੀਂ ਕਰਨੀ ਚਾਹੀਦੀ, ਬੇਈਮਾਨੀ ਨਹੀਂ ਕਰਨੀ ਚਾਹੀਦੀ। ਹੁਣ ਬੋਲੀ ਤਾਂ ਜਾ ਰਹੇ ਨੇ ਤੇ ਆਪ ਹੁਦਰਾਪਨ ਵੀ ਕਰੀ ਜਾ ਰਹੇ ਨੇ, ਉਹਨਾਂ ਚੀਜ਼ਾਂ ਤੇ ਅਮਲ ਵੀ ਨਹੀਂ ਕਰ ਰਹੇ, ਰੱਬੀ ਰਜ਼ਾ ਵਿੱਚ ਰਹਿ ਵੀ ਨਹੀਂ ਰਹੇ, ਤਾਂ ਇਹ ਬੋਲਣਾ ਕਿਸੇ ਕੰਮ ਦਾ ਨਹੀਂ ਨਾ ਹੈ। ਬੋਲਣਾ ਤਾਂ ਹੀ ਸਾਰਥਕ ਹੈ ਜੇ ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ ਰਿਹਾ ਜਾਏ। ਜਿੰਨਾ ਚਿਰ ਤੱਕ ਤੂੰ ਆਪਣੇ ਮਨ ਦੀ ਮਰਜ਼ੀ ਪਿੱਛੇ ਤੁਰ ਕੇ ਬੋਲਦਾ ਹੈ, ਇਹ ਬੋਲਣਾ ਪ੍ਰਵਾਨ ਨਹੀਂ ਹੁੰਦਾ। ਇਸ ਲਈ ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਮਾਲਕ ਬੜੀਆਂ ਵੱਡੀਆਂ ਦਾਤਾਂ ਦੇਣ ਵਾਲਾ ਦਾਤਾ ਹੈ, ਬੜਾ ਵੱਡਾ ਦਾਤਾ ਹੈ। ਜੋ ਇੱਛੇ ਸੋ ਫਲ ਪਾਏ ਦਾ ਮਤਲਬ ਉਹਦੇ ਦਰ ਤੋਂ ਜੋ ਵੀ ਬੰਦਾ ਇੱਛਦਾ ਹੈ, ਚਾਹੁੰਦਾ ਹੈ, ਉਹ ਹੀ ਫਲ ਪਾ ਲੈਂਦਾ ਹੈ। ਰੱਬ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਜੋ ਵੀ ਬੰਦਾ ਮੰਗਦਾ ਹੈ, ਜੋ ਵੀ ਇੱਛਾ ਕਰਦਾ ਹੈ, ਉਹੀ ਫਲ ਮਿਲ ਜਾਂਦਾ ਹੈ, ਕਿਉਂਕਿ ਪ੍ਰਭੂ ਬਹੁਤ ਵੱਡਾ ਹੈ ਔਰ ਬਹੁਤ ਵੱਡਾ ਦਾਤਾ ਹੈ। ਜਦੋਂ ਅਸੀਂ ਬਾਹਰ ਦੀ ਦੁਨੀਆ ਵੱਲ ਇੱਕ ਝਾਤ ਮਾਰਦੇ ਹਾਂ ਤਾਂ ਕਿੱਡਾ ਵੱਡਾ ਯੂਨੀਵਰਸ ਫੈਲਿਆ ਹੋਇਆ ਹੈ, ਜਿਸ ਦੇ ਅੰਦਰ ਅਨੰਤ ਅਨੰਤ ਦਾਤਾਂ ਨੇ, ਚਾਹੇ ਉਹ ਅਖੰਡ ਮੰਡਲ ਬ੍ਰਹਿਮੰਡ ਨੇ, ਜਾਂ ਧਰਤੀ ਦੇ ਅੰਦਰ ਪੈਦਾ ਹੋਣ ਵਾਲੀਆਂ ਫਸਲਾਂ ਨੇ, ਜਾਂ ਖਣਿਜ ਪਦਾਰਥ ਆਦਿਕ ਨੇ, ਜਾਂ ਹੋਰ ਫਲ ਫੁੱਲ ਤੇ ਧੀਆਂ ਪੁੱਤਰ ਆਦਿਕ ਨੇ। ਕਿੰਨਾ ਵੱਡਾ ਕੁਛ ਬੰਦੇ ਨੂੰ ਮਿਲਿਆ ਹੋਇਆ ਨੇ, ਸਾਰੀ ਦਾਤ ਹੀ ਹੈ। ਲੇਕਿਨ ਇਸ ਦੁਨੀਆ ਵਿੱਚ ਮਿਲਦਾ ਬੰਦੇ ਨੂੰ ਉਹ ਹੈ ਜੋ ਕੁਛ ਮੰਗਦਾ ਹੈ। ਹੁਣ ਇਹਨਾਂ ਦਾਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਸੁੱਖ ਆਦਿਕ ਨਹੀਂ ਹੈ, ਤਾਂ ਜੋ ਅਸੀਂ ਮੰਗਦੇ ਹਾਂ ਉਹ ਕਿਵੇਂ ਮਿਲਦਾ ਹੈ, ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਹੁਣ ਅਸੀਂ ਮੰਗ ਕੀ ਰਹੇ ਹਾਂ, ਜੋ ਅਸੀਂ ਸੋਚ ਰਹੇ ਹਾਂ। ਮੰਨ ਲਓ ਮੈਂ ਹਮੇਸ਼ਾ ਨੈਗੇਟਿਵ ਸੋਚਦਾ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ, ਮੇਰੇ ਅੰਦਰ ਤਾਕਤ ਨਹੀਂ ਹੈ, ਮੇਰੀ ਯਾਦਦਾਸ਼ਤ ਠੀਕ ਨਹੀਂ ਹੈ, ਮੈਨੂੰ ਤੇ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ, ਮੈਨੂੰ ਤਾਂ ਲੋਕ ਲਾਈਕ ਨਹੀਂ ਕਰਦੇ। ਹੁਣ ਇਹ ਬਾਰ-ਬਾਰ ਮੈਂ ਬੋਲ ਰਿਹਾ, ਇਹ ਮੇਰੇ ਅੰਦਰ ਸੰਸਕਾਰ ਪੈਦਾ ਹੋ ਰਹੇ ਨੇ ਤੇ ਇਹੀ ਕੁਛ ਮੈਨੂੰ ਮਿਲੀ ਜਾਂਦਾ। ਮੇਰੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਮੈਂ ਇਨਫੋਰਮੇਸ਼ਨ ਦੇ ਰਿਹਾ, ਮੈਂ ਚਾਹ ਹੀ ਇਹ ਰਿਹਾ। ਨੈਗੇਟਿਵ ਸੋਚਦਾ ਹਾਂ
ਤਾਂ ਨੈਗੇਟਿਵਿਟੀ ਮਿਲ ਜਾਂਦੀ ਹੈ। ਜੇ ਮੈਂ ਪੋਜ਼ਿਟਿਵ ਸੋਚਾਂ ਕਿ ਮੇਰੇ ਅੰਦਰ ਪ੍ਰਭੂ ਵਸਦਾ ਹੈ, ਪ੍ਰਭੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਦਿੱਤੀ ਹੈ, ਮੇਰੀ ਯਾਦਦਾਸ਼ਤ ਬੜੀ ਵਧੀਆ ਹੈ, ਮੈਨੂੰ ਹਰ ਚੀਜ਼ ਯਾਦ ਰਹਿੰਦੀ ਹੈ, ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ ਹੈ, ਔਰ ਮੇਰਾ ਸਾਰਿਆਂ ਦੇ ਨਾਲ ਪਿਆਰ ਭਰਿਆ ਵਤੀਰਾ ਹੈ। ਜੇ ਮੈਂ ਐਵੇਂ ਸੋਚਾਂ, ਐਵੇਂ ਕਰਾਂ ਤਾਂ ਮੈਨੂੰ ਇਹ ਕੁਛ ਮਿਲ ਜਾਏਗਾ। ਇਸੇ ਤਰ੍ਹਾਂ ਜਦੋਂ ਅਸੀਂ ਸੱਚਾਈ, ਦਇਆ, ਧਰਮ, ਧੀਰਜ ਆਦਿਕ ਬਾਰੇ ਬੋਲਾਂਗੇ, ਸੋਚਾਂਗੇ, ਕਰਾਂਗੇ ਤਾਂ ਉਹਦੇ ਬਦਲੇ ਸਾਨੂੰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਮਿਲ ਜਾਏਗੀ। ਪਰ ਜਦੋਂ ਇਨਸਾਨ ਈਰਖਾ, ਦਵੇਸ਼, ਵੈਰ, ਵਿਰੋਧ ਬਾਰੇ ਸੋਚਦੇ ਨੇ, ਬੋਲਦੇ ਨੇ, ਤਾਂ ਫਿਰ ਉਹ ਕੁਛ ਮਿਲ ਜਾਂਦਾ ਹੈ ਔਰ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ। ਹੁਣ ਇਸ ਦੁਨੀਆ ਦੇ ਅੰਦਰ ਜੋ ਕੁਛ ਵੀ ਹੈ ਉਹ ਸਾਡੀ ਸੋਚ ਕਰਕੇ ਹੈ। ਜਿਵੇਂ ਬੰਦੇ ਨੇ ਸੋਚਿਆ ਹੈ, ਰਿਸ਼ਵਤਖੋਰੀ, ਚੋਰ ਬਜ਼ਾਰੀ, ਲੋਕ ਸੋਚ ਰਹੇ ਨੇ ਤਾਂ ਹੀ ਐਸਾ ਕਰ ਰਹੇ ਨੇ, ਉਹ ਹੀ ਕੁਛ ਮਿਲ ਰਿਹਾ ਹੈ। ਤੇ ਜੇ ਲੋਕ ਇਹ ਸੋਚਣ ਕਿ ਅਸੀਂ ਸੱਚ ਬੋਲਣਾ ਹੈ, ਚੰਗਾ ਮਤਲਬ ਕਰਨਾ ਹੈ ਤਾਂ ਚੰਗਾ ਮਿਲ ਜਾਏਗਾ। ਰੱਬ ਬਹੁਤ ਵੱਡਾ ਦਾਤਾ ਹੈ, ਜੋ ਵੀ ਬੰਦਾ ਇੱਛਦਾ ਹੈ ਉਹ ਫਲ ਪਾ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਬਾਬੀਹਾ ਕਿਆ ਬਪੁੜਾ, ਜਗਤੈ ਕੀਤੇ ਖਜਾਏ। ਗੁਰੂ ਜੀ ਕਹਿੰਦੇ ਨੇ ਵਿਚਾਰਾ ਪਪੀਹਾ ਕੀ, ਰੱਬ ਤਾਂ ਸਾਰੇ ਸੰਸਾਰ ਦੀ ਪਿਆਸ ਬੁਝਾ ਸਕਦਾ ਹੈ। ਇੱਕ ਨਿੱਕੇ ਜਿਹੇ ਪਪੀਹੇ ਦੀ ਕੀ ਔਕਾਤ ਹੈ, ਜਦੋਂ ਬੱਦਲ ਵਰਸਦਾ ਤਾਂ ਉਹ ਤਾਂ ਨਿਰਾ ਪਾਣੀ ਬਰਸਾ ਦਿੰਦਾ ਨਾ। ਤਾਂ ਇਸੇ ਤਰ੍ਹਾਂ ਕਿਸੇ ਇੱਕ ਜਗਿਆਸੂ ਦੀ ਗੱਲ ਨਹੀਂ, ਰੱਬ ਤਾਂ ਸਾਰੇ ਸੰਸਾਰ ਦੀ ਪਿਆਸ ਬੁਝਾਉਣ ਜੋਗਾ ਹੈ। ਜਿਵੇਂ ਇੱਕ ਜਿਗਿਆਸੂ ਬੰਦਾ ਪ੍ਰਭੂ ਦੇ ਨਾਲ ਬੇਨਤੀਆਂ ਕਰਦਾ, ਪ੍ਰਭੂ ਨੂੰ ਮਿਲਣਾ ਚਾਹੁੰਦਾ, ਰੱਬੀ ਰਜ਼ਾ ਵਿੱਚ ਤੁਰਨਾ ਚਾਹੁੰਦਾ ਹੈ ਔਰ ਉਹਨੂੰ ਇਹ ਕੁਛ ਮਿਲਦਾ ਵੀ ਹੈ। ਤੇ ਜੇ ਸਾਰਾ ਜਗਤ, ਸਾਰੇ ਜਗਤ ਦਾ ਹਰ ਇਨਸਾਨ ਇਹੀ ਕੁਛ ਚਾਹੇ, ਇਹੀ ਕੁਛ ਮੰਗੇ, ਐਸਾ ਕਰੇ ਤਾਂ ਸਾਰੇ ਸੰਸਾਰ ਦੀ ਤ੍ਰਿਸ਼ਨਾ ਆਦਿਕ ਦੀ ਪਿਆਸ ਮੁੱਕ ਸਕਦੀ ਹੈ। ਹਰ ਇਨਸਾਨ ਦੇ ਅੰਦਰ ਸੰਤੋਖ, ਦਇਆ, ਧਰਮ ਆ ਸਕਦਾ ਹੈ, ਕਿਉਂਕਿ ਇਹ ਸੰਭਾਵਨਾ ਸਾਰਿਆਂ ਦੇ ਅੰਦਰ ਮੌਜੂਦ ਹੈ ਔਰ ਹਰ ਇੱਕ ਦੇ ਅੰਦਰ ਪ੍ਰਭੂ ਨੇ ਗੁਣ ਪਾਏ ਨੇ। ਲੋੜ ਤਾਂ ਇਹਨਾਂ ਗੁਣਾਂ ਨੂੰ ਵਰਤਣ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪਪੀਹਾ ਵਿਚਾਰਾ ਕੀ ਹੈ, ਪ੍ਰਭੂ ਦੇ ਦਰ ਤੇ ਅਰਜ਼ੋਈ ਕੀਤਿਆਂ, ਰੱਬੀ ਰਜਾ ਵਿੱਚ ਤੁਰਿਆ ਤਾਂ ਸੰਸਾਰ ਦੀ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਤ੍ਰੇ ਮਿਟ ਜਾਂਦੀ ਹੈ। ਮਹਿਲਾ ਤੀਜਾ, ਬਾਬੀਹਾ ਭਿੰਨੀ ਰਹਿਣ ਬੋਲਿਆ, ਸਹਿਜੇ ਸੱਚ ਸੁਭਾਏ। ਭਿੰਨੀ ਰਹਿਣ ਦਾ ਮਤਲਬ ਤਰੇਲ ਭਿੱਜੀ ਰਾਤ, ਯਾਨੀ ਸੁਹਾਵਣਾ ਮੌਸਮ, ਐਸੀ ਸੋਚ ਜਿੱਥੇ ਬੜੀ ਸੁੰਦਰਤਾ ਹੈ, ਜਿੱਥੇ ਬੜੀ ਸ਼ਾਂਤੀ ਹੈ। ਜੇ ਭਿੰਨੀ ਰਹਿਣ ਹੁੰਦੀ ਹੈ ਕਿ ਰਾਤ ਨੂੰ ਚੰਦਰਮਾ ਦਾ ਚਾਨਣਾ ਹੈ, ਤਰੇਲ ਪਈ ਹੋਈ ਹੈ ਔਰ ਤਰੇਲ ਪੈ ਘਾਹ ਦੇ ਉੱਤੇ ਪਈ ਹੋਈ ਤਰੇਲ, ਫੁੱਲਾਂ ਦੇ ਉੱਤੇ ਪਈ ਹੋਈ ਤਰੇਲ ਕਿੰਨੀ ਚੰਗੀ ਲੱਗਦੀ ਹੈ, ਸ਼ਾਂਤ ਮਾਹੌਲ ਹੁੰਦਾ ਨਾ, ਖੁਸ਼ੀ ਭਰਿਆ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਬਬੀਹਾ ਹੈ, ਭਿੰਨੀ ਰਹਿਣ ਬੋਲਿਆ, ਅਡੋਲ ਅਵਸਥਾ ਵਿੱਚ ਪ੍ਰਭੂ ਚਰਨਾਂ ਵਿੱਚ ਜੁੜ ਕੇ ਮੌਜ ਦੇ ਨਾਲ ਅਰਜ਼ੋਈ ਕਰਦਾ ਹੈ। ਸਹਿਜੇ, ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਸੱਚ ਦਾ ਮਤਲਬ ਸੱਚ ਦੇ ਅੰਦਰ ਜੁੜ ਕੇ, ਸੁਭਾਏ ਦਾ ਮਤਲਬ ਸੋਹਣੇ ਪਿਆਰ ਵਿੱਚ। ਜਦੋਂ ਬੰਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ, ਸੱਚ ਵਿੱਚ ਜੁੜ ਕੇ, ਸੋਹਣੇ ਪਿਆਰ ਦੇ ਨਾਲ ਇਹੋ ਜਿਹੇ ਸਮੇਂ ਦੇ ਅੰਦਰ ਬੋਲਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਭਿੰਨੀ ਰਹਿਣ ਦਾ ਮਤਲਬ ਉਹ ਸੁਹਾਵਣਾ ਸਮਾਂ ਜਦੋਂ ਬੰਦੇ ਦੇ ਮਨ ਦੇ ਅੰਦਰ ਸ਼ਾਂਤੀ ਹੈ, ਜਦੋਂ ਸਹਿਜ ਹੈ, ਸੱਚ ਹੈ, ਉਹਨੂੰ ਭਿੰਨੀ ਰਹਿਣ ਕਹਿ ਰਹੇ। ਇਹ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਤੇ ਜਿਗਿਆਸੂ ਐਸੀ ਅਵਸਥਾ ਦੇ ਵਿੱਚ ਫਿਰ ਅਰਦਾਸ ਕਰਦਾ ਹੈ ਕਿ ਇਹ ਜਿਹੜਾ ਜਲ ਹੈ, ਪ੍ਰਭੂ ਦਾ ਨਾਮ ਜਲ, ਹੁਕਮ, ਰੱਬ ਦੀ ਸਿਫਤ ਸਲਾਹ, ਰੱਬੀ ਗੁਣ, ਮੇਰਾ ਜੀਉ ਹੈ ਦਾ ਮਤਲਬ ਮੇਰੀ ਜਿੰਦ ਜਾਨ ਹੈ। ਜੇ ਮੈਂ ਇਹਨਾਂ ਰੱਬੀ ਗੁਣਾਂ ਦੇ ਨਾਲ ਜੁੜਦਾ ਹਾਂ ਤਾਂ ਮੈਂ ਜਿਉਂਦਾ ਹਾਂ, ਜੇ ਇਹਨਾਂ ਰੱਬੀ ਗੁਣਾਂ ਨਾਲ ਟੁੱਟਦਾ ਤਾਂ ਮੇਰੀ ਮੌਤ ਹੋ ਜਾਂਦੀ ਹੈ, ਆਤਮਿਕ ਮੌਤ ਹੋ ਜਾਂਦੀ ਹੈ, ਮੈਂ ਵਿਆਕੁਲ ਹੋ ਜਾਂਦਾ। ਜਿਵੇਂ ਪਪੀਹੇ ਨੂੰ ਸਵਾਤੀ ਬੂੰਦ ਮਿਲੇ ਤਾਂ ਉਹ ਸ਼ਾਂਤ ਹੁੰਦਾ ਹੈ, ਤੇ ਜਦੋਂ ਤੱਕ ਉਹ ਬੂੰਦ ਨਹੀਂ ਮਿਲਦੀ ਉਹ ਅਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਰੱਬ ਦਾ ਪਿਆਰਾ ਇਹੀ ਸੋਚਦਾ ਹੈ ਕਿ ਜਦੋਂ ਤੱਕ ਮੈਨੂੰ ਗੁਣ ਨੇ ਮਿਲੇ ਹੋਏ, ਜਦ ਤੱਕ ਮੈਂ ਗੁਣਾਂ ਬਾਰੇ ਸੋਚਦਾ, ਬੋਲਦਾ, ਬਿਹੇਵੀਅਰ ਕਰਦਾ, ਉਦੋਂ ਤੱਕ ਮੇਰਾ ਜੀਵਨ ਹੈ, ਉਦੋਂ ਤੱਕ ਮੇਰੇ ਜੀਵਨ ਅੰਦਰ ਸ਼ਾਂਤੀ ਹੈ। ਜਲ ਬਿਨ ਰਹਿਣ ਨਾ ਜਾਏ, ਇਸ ਜਲ ਤੋਂ, ਇਸ ਸਿਫਤ ਸਲਾਹ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਆਖਾਂ ਜੀਵਾਂ ਵਿਸਰੇ ਮਰ ਜਾਉ ਵਾਲੀ ਅਵਸਥਾ ਹੈ ਕਿ ਇਹ ਜੋ ਰੱਬ ਦੀ ਸਿਫਤ ਸਲਾਹ ਹੈ, ਇਹ ਮੇਰਾ ਜੀਵਨ ਹੈ,
ਇਹ ਸਿਫਤ ਸਲਾਹ ਤੋਂ ਬਿਨਾ ਰਿਹਾ ਨਹੀਂ ਜਾਂਦਾ। ਇਹ ਪ੍ਰੇਮੀ ਜਿਉੜੇ ਦੀ ਗੱਲ ਹੈ। ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪ ਗਵਾਏ। ਹੁਣ ਇਹ ਜਿਹੜਾ ਨਾਮ ਜਲ ਹੈ, ਮਤਲਬ ਪ੍ਰਭੂ ਦੀ ਸਿਫਤ ਸਲਾਹ ਹੈ, ਜੋ ਆਤਮਿਕ ਜੀਵਨ ਦੇਣ ਵਾਲੇ ਗੁਣ ਨੇ। ਇਹ ਜਲ ਕਿਵੇਂ ਮਿਲੇਗਾ, ਇਹ ਗੁਣ ਕਿਵੇਂ ਮਿਲਣਗੇ, ਇਹ ਜੀਵਨ ਦੀ ਜੁਗਤੀ ਕਿਵੇਂ ਮਿਲੇਗੀ? ਜਲ ਦਾ ਮਤਲਬ ਇੱਥੇ ਉਹ ਜੀਵਨ ਦੀ ਜੁਗਤੀ। ਗੁਰ ਸ਼ਬਦੀ ਜਲ ਪਾਈ ਹੈ, ਗੁਰੂ ਦੇ ਸ਼ਬਦ ਉਪਦੇਸ਼ ਗਿਆਨ ਰਾਹੀਂ ਇਹ ਜਲ ਮਿਲਦਾ ਹੈ, ਇਹ ਜੀਵਨ ਜੁਗਤੀ ਮਿਲਦੀ ਹੈ, ਇਹ ਗੁਣ ਮਿਲਦੇ ਨੇ। ਪਰ ਮਿਲਦੇ ਤਾਂ ਨੇ ਵਿੱਚੋਂ ਆਪ ਗਵਾਏ, ਜੇ ਵਿੱਚੋਂ ਆਪਣੇ ਆਪੇ ਨੂੰ ਗਵਾ ਦੇਵੇ, ਆਪਣੀ ਮੱਤ ਨੂੰ ਛੱਡੇ, ਆਪਣੀ ਈਗੋ ਨੂੰ ਛੱਡੇ ਔਰ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵੇ, ਤਾਂ ਇਹ ਜੀਵਨ ਜੁਗਤੀ ਮਿਲ ਜਾਂਦੀ ਹੈ, ਤਾਂ ਇਹ ਆਤਮਿਕ ਜੀਵਨ ਦੇਣ ਵਾਲੇ ਗੁਣ ਮਿਲ ਜਾਂਦੇ ਨੇ। ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ। ਨਾਨਕ ਜਿਸ ਬਿਨ ਚਸਾ ਨਾ ਜੀਵ ਦੀ, ਸੋ ਸਤਿਗੁਰ ਦਿਆ ਮਿਲਾਏ। ਇਹ ਨਾਨਕ ਜਿਸ ਪ੍ਰਭੂ ਤੋਂ ਬਿਨਾ ਇੱਕ ਪਲ ਭਰ ਵੀ ਜੀਵਿਆ ਨਹੀਂ ਜਾ ਸਕਦਾ। ਹੁਣ ਰੱਬ ਨੂੰ ਵਿਛੋੜ ਭੁਲਾ ਦਿਓ, ਸੱਚ ਨੂੰ ਭੁਲਾ ਦਿਓ, ਤਾਂ ਆਤਮਿਕ ਮੌਤ ਨਾਲ ਦੇ ਨਾਲ ਹੀ ਹੋ ਜਾਏਗੀ। ਰੱਬੀ ਗੁਣਾਂ ਨੂੰ ਛੱਡਿਆ, ਸੱਚ ਨੂੰ ਛੱਡਿਆ, ਜ਼ਮੀਰ ਤੇ ਨਾਲ ਦੇ ਨਾਲ ਹੀ ਮਰ ਜਾਣੀ ਹੈ ਨਾ, ਆਤਮਿਕ ਮੌਤ ਹੋ ਜਾਣੀ ਹੈ। ਤਾਂ ਆਤਮਿਕ ਜੀਵਨ ਰੱਬੀ ਗੁਣਾਂ ਤੋਂ ਬਿਨਾ ਜੀਵੇ ਹੀ ਨਹੀਂ ਜਾਂਦਾ, ਰੱਬ ਤੋਂ ਬਿਨਾ ਜੀਵੇ ਹੀ ਨਹੀਂ ਜਾਂਦਾ। ਇਨਸਾਨੀਅਤ ਵਾਲੀ ਜ਼ਿੰਦਗੀ ਜੀਵ ਹੀ ਨਹੀਂ ਜਾ ਸਕਦੀ ਗੁਣਾਂ ਤੋਂ ਬਿਨਾ। ਤੇ ਜਿਹੜੇ ਉਹ ਸ਼ੁਭ ਗੁਣ ਨੇ, ਉਹ ਸ਼ੁਭ ਗੁਣਾਂ ਦਾ ਦਾਤਾ ਹੈ। ਸੋ ਸਤਿਗੁਰ ਦਿਆ ਮਿਲਾਏ, ਸਤਿਗੁਰ ਦੇ ਰਾਰੇ ਨਾਲ ਸਿਹਾਰੀ, ਮਤਲਬ ਸਤਿਗੁਰ ਨੇ, ਉਹ ਦਾਤਾ ਸਤਿਗੁਰ ਨੇ ਮਿਲਾ ਦਿੱਤਾ ਹੈ। ਉਹ ਦਾਤਾ ਦੇਣ ਵਾਲਾ ਦਾਤਾ ਅੰਦਰ ਹੀ ਬੈਠਾ ਹੈ ਤੇ ਗੁਰੂ ਨੇ ਮੈਨੂੰ ਮਿਲਾ ਦਿੱਤਾ ਹੈ, ਜਿਹਦੇ ਤੋਂ ਬਿਨਾ ਇੱਕ ਪਲ ਵੀ ਜੀਵਿਆ ਨਹੀਂ ਜਾ ਸਕਦਾ। ਜੋ ਆਤਮਿਕ ਜੀਵਨ ਦਾ ਦਾਤਾ ਹੈ, ਉਹ ਗੁਰੂ ਨੇ ਮਿਲਾ ਦਿੱਤਾ। ਮਤਲਬ ਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਮਿਲਾਪ ਹੋ ਸਕਦਾ ਹੈ ਉਹਨਾਂ ਸ਼ੁਭ ਗੁਣਾਂ ਦਾ। ਪੌੜੀ। ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ। ਮੈਂ ਦਾ ਮਤਲਬ ਮੇਰੇ ਤੋਂ, ਗਣਤ ਨਾ ਹੋਈ ਦਾ ਮਤਲਬ ਗਿਣੇ ਨਹੀਂ ਜਾਂਦੇ। ਖੰਡ ਦਾ ਮਤਲਬ ਹਿੱਸੇ, ਟੁਕੜੇ, ਧਰਤੀ ਆਦਿਕ ਦੇ। ਬੇਅੰਤ ਧਰਤੀਆਂ ਔਰ ਬੇਅੰਤ ਪਤਾਲ ਨੇ, ਮੈਥੋਂ ਗਿਣੇ ਨਹੀਂ ਜਾ ਸਕਦੇ। ਪਤਾਲ ਦਾ ਮਤਲਬ ਹੁੰਦਾ ਹੈ ਨੀਵੇਂ ਇਲਾਕੇ, ਤਾਂ ਮੈਥੋਂ ਗਿਣੇ ਨਹੀਂ ਜਾ ਸਕਦੇ। ਕਿੰਨਾ ਕਾ ਖੰਡ ਮੰਡਲ ਹੈ, ਕਿੰਨੀਆਂ ਧਰਤੀਆਂ ਨੇ, ਕਿੰਨੇ ਨੀਵੇਂ ਇਲਾਕੇ ਨੇ, ਇਹ ਗਿਣੇ ਨਹੀਂ ਜਾ ਸਕਦੇ। ਤੂੰ ਕਰਤਾ ਗੋਵਿੰਦ ਤੁਧ ਸਿਰਜੀ, ਤੁਧ ਹੈ ਗੋਈ। ਸਿਰਜੀ ਦਾ ਮਤਲਬ ਪੈਦਾ ਕੀਤੀ ਤੇ ਗੋਈ ਦਾ ਮਤਲਬ ਨਾਸ ਕੀਤੀ। ਕਰਤਾ ਦਾ ਮਤਲਬ ਪੈਦਾ ਕਰਨ ਵਾਲਾ, ਗੋਵਿੰਦ ਗੋ ਦਾ ਮਤਲਬ ਸ੍ਰਿਸ਼ਟੀ, ਵਿੰਦ ਦਾ ਮਤਲਬ ਪੈਦਾ ਕਰਨ ਵਾਲਾ। हे ਪ੍ਰਭੂ, ਤੂੰ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਤੂੰ ਇਹਦੀ ਸਾਰ ਲੈਣ ਵਾਲਾ ਹੈ। ਤੂੰ ਹੀ ਪੈਦਾ ਕਰਦਾ ਹੈ ਔਰ ਤੂੰ ਹੀ ਨਾਸ਼ ਕਰਦਾ ਹੈ। ਸਿਰਜੀ ਦਾ ਮਤਲਬ ਸਿਰਜਣਾ, ਪੈਦਾ ਕਰਨਾ। ਗੋਈ ਦਾ ਮਤਲਬ ਖਤਮ ਕਰਨਾ, ਤੂੰ ਹੀ ਪੈਦਾ ਕਰਦਾ ਹੈ, ਤੂੰ ਹੀ ਖਤਮ ਕਰਦਾ ਹੈ। ਯਾਨੀ ਸੰਸਾਰ ਦੀ ਉਤਪਤੀ, ਸੰਸਾਰ ਦੀ ਪਾਲਣਾ ਔਰ ਇਹਦੀ ਲੈਤਾ, ਇਹ ਸਾਰਾ ਕੁਝ ਰੱਬੀ ਹੁਕਮ ਦੇ ਵਿੱਚ ਹੈ। ਜਨਮ, ਜੀਵਨ ਔਰ ਮੌਤ, ਨਿਕਾਸ, ਵਿਕਾਸ ਔਰ ਵਿਨਾਸ਼, ਇਹ ਸਭ ਹੈ ਪ੍ਰਭੂ ਤੇਰੇ ਹੁਕਮ ਦੇ ਅੰਦਰ ਹੈ। ਲੱਖ 84 ਮੇਦਨੀ ਤੁਝ ਹੀ ਤੇ ਹੋਈ। ਮੇਦਨੀ ਦਾ ਮਤਲਬ ਸ੍ਰਿਸ਼ਟੀ। ਮੇਦਨੀ ਧਰਤੀ ਨੂੰ ਕਹਿੰਦੇ ਨੇ, ਪਰ ਇੱਥੇ ਮੇਦਨੀ ਦਾ ਭਾਵ ਹੈ ਸ੍ਰਿਸ਼ਟੀ। ਲੱਖ 84, 84 ਲੱਖ। ਇੱਥੇ 84 ਲੱਖ ਦਾ ਮਤਲਬ ਹੈ ਸਾਰੇ ਜੀਵ ਜੰਤ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕਾਂ ਦੀ ਮਨੌਤ ਸੀ ਕਿ 84 ਲੱਖ ਜੂਨਾਂ ਨੇ, ਸਿਰਫ 84 ਲੱਖ ਜੂਨਾਂ ਨੇ। ਪਰ ਗੁਰੂ ਜੀ ਨੇ ਕਿਹਾ ਵੀ ਭਲਿਓ 84 ਲੱਖ ਨਹੀਂ ਹਨ, ਇੱਥੇ ਤੇ ਜੂਨੀਆਂ ਦਾ ਕੋਈ ਅੰਤ ਹੀ ਨਹੀਂ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਇੱਥੇ ਖੰਡ ਮੰਡਲ ਬ੍ਰਹਿਮੰਡਾਂ ਦਾ ਅੰਤ ਨਹੀਂ, ਇੱਥੇ ਜੂਨਾਂ ਦਾ ਅੰਤ ਨਹੀਂ, ਜੀਵਾਂ ਦਾ ਅੰਤ ਨਹੀਂ, ਅਨੰਤ ਅਨੰਤ ਜੂਨੀਆਂ ਨੇ। ਤਾਂ ਲੱਖ 84 ਦਾ ਮਤਲਬ ਸਾਰੇ ਜੀਵ ਜੰਤ। ਕਿ हे ਪ੍ਰਭੂ, ਸਾਰੀ ਸ੍ਰਿਸ਼ਟੀ ਔਰ ਸਾਰੀ ਸ੍ਰਿਸ਼ਟੀ ਦੇ ਜੋ ਜੀਵ ਜੰਤ ਨੇ ਸਾਰੇ, ਉਹ ਤੇਰੇ ਤੋਂ ਪੈਦਾ ਹੋਏ ਨੇ। ਤੁਧ ਹੀ ਤੇ ਹੋਈ, ਤੇਰੇ ਤੋਂ ਪੈਦਾ ਹੋਏ, ਉਹ ਤੇਰੇ ਤੋਂ ਪੈਦਾ ਹੋਏ ਨੇ। ਤੂੰ ਹੀ ਇਹਨਾਂ ਸਾਰੇ ਸ੍ਰਿਸ਼ਟੀ ਨੂੰ ਔਰ ਸਾਰੇ ਜੀਵ ਜੰਤਾਂ ਨੂੰ ਪੈਦਾ ਕਰਨ ਵਾਲਾ ਹੈ। ਤੇ ਇਸ ਸ੍ਰਿਸ਼ਟੀ ਦੇ ਅੰਦਰ ਇੱਕ ਰਾਜੇ, ਖਾਨ, ਮਲੂਕ
कहें कहावें कोई, कोई ਦਾ ਮਤਲਬ ਕਈ। ਇੱਥੇ ਕਈ ਆਪਣੇ ਆਪ ਨੂੰ ਰਾਜੇ, ਖਾਨ ਔਰ ਮਲੂਕ ਯਾਨੀ ਬਾਦਸ਼ਾਹ ਅਖਵਾਉਂਦੇ ਨੇ। ਮਿਲਕ ਦਾ ਬਹੁਵਚਨ ਰਾਜੇ, ਬਾਦਸ਼ਾਹ। ਇੱਥੇ ਕਈ ਆਪਣੇ ਆਪ ਨੂੰ ਰਾਜੇ, ਖਾਨ, ਮਲੂਕ, ਬਾਦਸ਼ਾਹ ਅਖਵਾਉਂਦੇ ਨੇ। ਇੱਕ ਸ਼ਾਹ ਸਦਾਵੇਂ ਸੰਚ ਧਨ, ਦੂਜੇ ਪਤ ਖੂਈ। ਸਦਾਵੇਂ ਦਾ ਮਤਲਬ ਅਖਵਾਉਂਦੇ ਨੇ, ਦੂਜੇ ਦਾ ਮਤਲਬ ਮਾਇਆ ਦੇ ਵਿੱਚ ਖਚਤ ਹੋ ਕੇ, ਰੱਬੀ ਪਿਆਰ ਨੂੰ ਛੱਡ ਕੇ, ਪਤ ਖੋਈ ਦਾ ਮਤਲਬ ਇੱਜ਼ਤ ਗਵਾ ਲੈਂਦੇ। ਕਈ ਲੋਕ ਧਨ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹ ਅਖਵਾਉਂਦੇ ਨੇ ਕਿ ਮੈਂ ਅਮੀਰ ਸ਼ਾਹੂਕਾਰ ਹਾਂ, ਲੇਕਿਨ ਰੱਬ ਦੇ ਨਾਲੋਂ ਟੁੱਟੇ ਹੋਏ ਨੇ, ਸੱਚ ਦੇ ਨਾਲੋਂ ਟੁੱਟੇ ਹੋਏ ਨੇ। ਅੰਦਰ ਦ્વੈਤ ਭਾਵ ਹੈ, ਮੇਰ ਤੇਰ ਦੇ ਵਿਤਕਰੇ ਨੇ। ਪਤ ਖੋਈ ਦਾ ਮਤਲਬ ਉਹ ਆਪਣੀ ਇੱਜ਼ਤ ਗਵਾ ਲੈਂਦੇ ਨੇ। ਇੱਥੇ ਕਈ ਲੋਕ ਨੇ ਜੋ ਆਪਣੇ ਆਪ ਨੂੰ ਰਾਜੇ, ਖਾਨ, ਮਲੂਕ, ਬਾਦਸ਼ਾਹ ਅਖਵਾਉਂਦੇ ਨੇ। ਕਈ ਲੋਕ ਨੇ ਬਹੁਤ ਸਾਰਾ ਧਨ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਚਾਹੇ ਉਹ ਖਾਨ, ਮਲੂਕ, ਬਾਦਸ਼ਾਹ, ਸ਼ਾਹੂਕਾਰ ਨੇ, ਜੇ ਇੱਕ ਦੇ ਨਾਲ ਪ੍ਰੀਤ ਨਹੀਂ, ਸੱਚ ਦੇ ਨਾਲ ਪ੍ਰੀਤ ਨਹੀਂ, ਜੇ ਇੱਕ ਨੂੰ ਛੱਡ ਕੇ ਅੰਦਰ ਦ્વੈਤ ਭਾਵ ਹੈ, ਤਾਂ ਉਹ ਲੋਕ ਆਪਣੀ ਇੱਜ਼ਤ ਗਵਾ ਲੈਂਦੇ ਨੇ, ਭਾਵ ਉਹਨਾਂ ਨੂੰ ਮਾਣ ਨਹੀਂ ਮਿਲਦਾ। ਇੱਕ ਦਾਤੇ, ਇੱਕ ਮੰਗਤੇ, ਸਭਨਾ ਸਿਰ ਸੋਈ। ਇੱਥੇ ਕਈ ਦਾਤੇ ਨੇ ਔਰ ਕਈ ਮੰਗਤੇ ਨੇ, ਭਿਖਾਰੀ ਨੇ। ਪਰ ਗੁਰੂ ਜੀ ਕਹਿੰਦੇ ਨੇ ਕੀ ਦਾਤੇ ਤੇ ਕੀ ਮੰਗਤੇ, ਸਾਰਿਆਂ ਦੇ ਸਿਰ ਦੇ ਉੱਤੇ ਖਸਮ ਪ੍ਰਭੂ ਆਪ ਹੈ। ਸਾਰੇ ਰੱਬੀ ਰਜਾ ਦੇ ਵਿੱਚ ਨੇ, ਭਾਣੇ ਵਿੱਚ ਨੇ। ਰੱਬੀ ਰਜਾ ਤੋਂ, ਭਾਣੇ ਤੋਂ ਬਾਹਰ ਕੋਈ ਵੀ ਨਹੀਂ, ਚਾਹੇ ਕੋਈ ਦਾਨ ਕਰ ਰਿਹਾ ਹੈ, ਚਾਹੇ ਕੋਈ ਭਿਖਾਰੀ ਹੈ। ਸਾਰੇ ਰਜਾ ਦੇ ਵਿੱਚ ਨੇ, ਸਿਸਟਮ ਦੇ ਅੰਦਰ ਨੇ। ਇੱਕੋ ਹੀ ਕਾਨੂੰਨ ਸਾਰਿਆਂ ਦੇ ਉੱਤੇ ਲਾਗੂ ਹੈ। ਵਿਣ ਨਾਵੇਂ ਬਾਜ਼ਾਰੀਆਂ ਪਿਹਾਵਲ ਹੋਈ। ਬਾਜ਼ਾਰੀਆ ਦਾ ਮਤਲਬ ਮਸ਼ਖਰੇ, ਬਹਿਰੂਪੀਏ। ਪਿਹਾਵਲ ਦਾ ਮਤਲਬ ਡਰਾਉਣੀ, ਤੇ ਬਾਜ਼ਾਰੀਆ ਦਾ ਮਤਲਬ ਮਸ਼ਖਰੇ ਜਿਹੜੇ ਬਹਰੂਪੀਏ ਹੁੰਦੇ ਨੇ। ਬਹਰੂਪੀਏ ਦਾ ਮਤਲਬ ਹੁੰਦਾ ਹੈ ਉਹਨਾਂ ਨੇ ਬਾਹਰਲਾ ਰੂਪ ਧਾਰਨ ਕੀਤਾ ਹੁੰਦਾ, ਸਿਰਫ ਅੰਦਰੋਂ ਉਹ ਹੁੰਦੇ ਨਹੀਂ। ਕਦੀ ਕੋਈ ਰੂਪ ਧਾਰਨ ਕਰ ਲੈਂਦੇ ਨੇ, ਕਦੇ ਕੋਈ। ਜਿਵੇਂ ਇੰਡੀਆ ਵਿੱਚ ਜਾਓ ਨਾ, ਤੇ ਕਈ ਸਾਰੇ ਬੰਦੇ ਹਨੂਮਾਨ ਬਣੇ ਹੁੰਦੇ ਨੇ ਤੇ ਉਹ ਬਾਜ਼ਾਰ ਵਿੱਚ ਮੰਗ ਰਹੇ ਹੁੰਦੇ ਨੇ। ਕਈ ਲੋਕ ਨੇ ਉਹਨਾਂ ਨੇ ਕੋਈ ਹੋਰ ਰੂਪ ਧਾਰਨ ਕੀਤਾ ਹੁੰਦਾ। ਕਈ ਵਾਰ ਕੋਈ ਬੰਦਾ ਸਿਪਾਹੀ ਬਣਿਆ ਹੁੰਦਾ ਹੈ, ਕਈ ਵਾਰ ਕੋਈ ਬੰਦਾ ਚੋਰ ਬਣੇ, ਯਾਨੀ ਬਹਿਰੂਪੀਏ ਕਈ ਰੂਪ ਧਾਰਨ ਕਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਵਿਣ ਨਾਵੇਂ ਬਾਜ਼ਾਰੀਆ, ਕਿ ਰੱਬੀ ਰਜਾ ਤੋਂ ਬਿਨਾ, ਰੱਬੀ ਸਿਫਤ ਸਲਾਹ ਤੋਂ ਬਿਨਾ ਇਹ ਲੋਕ ਸਾਰੇ ਮਸ਼ਖਰੇ ਨੇ, ਭਾਵ ਬਹਰੂਪੀਏ ਨੇ। ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੇ ਵੀ ਸ੍ਰਿਸ਼ਟੀ ਦੇ ਲੋਕ ਜਿਹੜੇ ਰੱਬੀ ਰਜਾ ਨੂੰ ਫੋਲੋ ਨਹੀਂ ਕਰ ਰਹੇ, ਜਿਹੜੇ ਇਨਸਾਨ ਰੱਬੀ ਗੁਣਾਂ ਦੇ ਧਾਰਨੀ ਨਹੀਂ, ਗੁਰੂ ਜੀ ਕਹਿੰਦੇ ਨੇ ਉਹ ਸਾਰੇ ਬਹਰੂਪੀਏ ਨੇ। ਪਿਹਾਵਲ ਹੋਈ, ਤੇ ਉਹਨਾਂ ਕਰਕੇ ਇਹ ਧਰਤੀ ਸ੍ਰਿਸ਼ਟੀ ਜਿਹੜੀ ਹੈ ਨਾ ਭੈਭੀਤ ਹੋਈ ਪਈ। ਉਹਨਾਂ ਕਰਕੇ ਇਸ ਦੁਨੀਆ ਦੇ ਅੰਦਰ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ, ਜੋ ਬਹਰੂਪੀਏ ਨੇ। ਹੁਣ ਦੇਖੋ, ਜੇ ਇਸ ਦੁਨੀਆ ਦੇ ਅੰਦਰ ਹਰ ਇਨਸਾਨ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਵੇ, ਸੱਚਾ, ਜਿਸ ਦੀ ਸੋਚ ਵੀ ਸੱਚੀ ਹੋਵੇ, ਬੋਲ ਵੀ ਸੱਚੇ ਹੋਣ, ਬਿਹੇਵੀਅਰ ਵੀ ਸੱਚਾ ਹੋਵੇ, ਤੇ ਐਸੇ ਬੰਦੇ ਤੋਂ ਤੇ ਡਰ ਹੀ ਕੋਈ ਨਹੀਂ, ਐਸੇ ਬੰਦੇ ਤੋਂ ਕੋਈ ਖਤਰਾ ਨਹੀਂ। ਨਾ ਤਾਂ ਸੱਚੇ ਬੰਦੇ ਨੇ ਰਿਸ਼ਵਤ ਲੈਣੀ ਹੈ, ਨਾ ਚੋਰੀ ਕਰਨੀ ਹੈ, ਨਾ ਉਹਨੇ 2 ਨੰਬਰ ਦਾ ਧੰਦਾ ਕਰਨਾ ਹੈ, ਨਾ ਉਹਨੇ ਕੋਈ ਡੁਪਲੀਕੇਟ ਚੀਜ਼ ਦੇਣੀ ਹੈ। ਐਸਾ ਬੰਦਾ ਨਾ ਹੀ ਜਬਰ ਜਨਾਹ ਕਰੇਗਾ, ਨਾ ਪਰ ਧਨ ਵੱਲ ਮਾੜੀ ਨਜ਼ਰ ਦੇ ਨਾਲ ਦੇਖੇਗਾ, ਤਾਂ ਦੁਨੀਆ ਦੇ ਅੰਦਰ ਡਰ ਹੀ ਖਤਮ ਹੋ ਜਾਏਗਾ। ਹੁਣ ਇਸ ਦੁਨੀਆ ਦੇ ਅੰਦਰ ਜੋ ਡਰ ਹੈ, ਮੈਨੂੰ ਤੁਹਾਡੇ ਤੋਂ, ਤੁਹਾਨੂੰ ਮੇਰੇ ਤੋਂ, ਤਾਂ ਉਹ ਡਰ ਕਾਹਦੇ ਕਰਕੇ ਹੈ? ਕਿਉਂਕਿ ਦੁਨੀਆ ਦੇ ਅੰਦਰ ਸੱਚ ਨਹੀਂ ਹੈ। ਸੱਚ ਨਾ ਹੋਣ ਕਰਕੇ ਬੰਦਾ ਬੰਦੇ ਤੋਂ ਡਰਦਾ ਹੈ ਕਿ ਕਦੋਂ, ਕਿੱਥੇ, ਕਿਸ ਸਮੇਂ ਕਿਸੇ ਦੀ ਇੱਜ਼ਤ ਲੁੱਟੀ ਜਾਏ, ਕਿਸੇ ਦੀ ਜਾਨ ਨੂੰ ਖਤਰਾ ਹੋ ਜਾਏ, ਕਿਸੇ ਦਾ ਧਨ ਲੁੱਟਿਆ ਜਾਏ। ਕੋਈ ਵਿਸ਼ਵਾਸ ਨਹੀਂ ਨਾ, ਕਦੋਂ ਕੌਣ ਬੰਦਾ ਕਿੱਥੇ ਕੀ ਕਰਦਾ। ਤੇ ਐਸੇ ਲੋਕ ਬੜੇ ਡਰਾਵਨੇ ਹੁੰਦੇ ਨੇ। ਗੁਰੂ ਜੀ ਕਹਿੰਦੇ ਨੇ ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾ ਇਹ ਸਾਰੀ ਦੁਨੀਆ ਹੀ ਡਰਾਵਣੀ ਹੋਈ ਪਈ ਹੈ, ਭੈ ਦੇ ਮਾਹੌਲ ਦੇ ਅੰਦਰ ਰਹਿ ਰਹੀ ਹੈ। ਕੂੜ ਨਿਖੁੱਟੇ ਨਾਨਕਾ, ਸੱਚ ਕਰੇ ਸੋ ਹੋਈ। ਗੁਰੂ ਜੀ ਕਹਿੰਦੇ ਨੇ ਇੱਥੇ ਰਾਜੇ ਤੇ ਸ਼ਾਹੂਕਾਰ ਆਦਿਕ, ਕੂੜ ਨਿਖੁੱਟੇ ਨਾਨਕਾ, ਕੂੜ ਦੇ ਸੌਦੇ ਸਾਰੇ ਮੁੱਕ ਜਾਂਦੇ ਨੇ।
ਭਾਵ ਕਿ ਤ੍ਰਿਸ਼ਨਾ ਅਧੀਨ ਹੋ ਕੇ ਜੋ ਜ਼ਿੰਦਗੀ ਜੀਂਦਾ ਹੈ ਉਹ ਆਤਮਕ ਮੌਤ ਤੇ ਮਰ ਜਾਂਦਾ ਹੈ, ਉਹ ਨਿਖੁੱਟ ਜਾਂਦਾ ਹੈ, ਉਹਦਾ ਜੀਵਨ ਬਰਬਾਦ ਹੋ ਜਾਂਦਾ ਹੈ। ਸੱਚ ਕਰੇ ਸੋ ਹੋਈ, ਸੱਚ ਦਾ ਮਤਲਬ ਪ੍ਰਭੂ ਜੋ ਕੁਛ ਕਰਦਾ ਹੈ ਉਹੀ ਇਸ ਜਗਤ ਦੇ ਵਿੱਚ ਵਾਪਰਦਾ ਹੈ। ਰੱਬੀ ਰਜਾ ਭਾਣੇ ਦੇ ਅੰਦਰ ਹੀ ਇਸ ਦੁਨੀਆ ਦੇ ਅੰਦਰ ਸਭ ਕੁਝ ਵਾਪਰਦਾ ਹੈ, ਰਜਾ ਤੋਂ ਬਾਹਰ ਕੁਛ ਨਹੀਂ। ਇਸ ਲਈ ਜੋ ਰਜਾ ਤੋਂ ਬਾਹਰ ਜੀਣ ਦਾ ਯਤਨ ਕਰਦੇ ਨੇ ਉਹ ਨਿਖੁੱਟ ਜਾਂਦੇ ਨੇ, ਹਾਰ ਜਾਂਦੇ ਨੇ, ਉਹ ਆਤਮਕ ਮੌਤ ਤੇ ਮਰ ਜਾਂਦੇ ਨੇ। ਸ਼ਲੋਕ ਮਹਿਲਾ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗਣਵੰਤੀ ਦੂਰ। ਬਾਬੀਹਾ ਦਾ ਮਤਲਬ ਹੈ ਪਪੀਹੇ, ਗੁਣਵੰਤੀ ਮਹਿਲ ਪਾਇਆ। ਗੁਣਵੰਤੀ ਦਾ ਮਤਲਬ ਗੁਣਾਂ ਵਾਲੀ ਜੀਵ ਇਸਤਰੀ, ਜੋ ਇਨਸਾਨ ਗੁਣਾਂ ਦਾ ਧਾਰਨੀ ਹੈ, ਜੋ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਮਹਿਲ ਪਾਇਆ ਦਾ ਮਤਲਬ ਉਹ ਘਰ ਦਾ ਰੱਬ ਦਾ ਘਰ ਲੱਭ ਲੈਂਦਾ ਹੈ, ਉਹ ਰੱਬ ਨੂੰ ਪਾ ਲੈਂਦਾ ਹੈ, ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਕਿ ਹੇ ਪਪੀਹੇ, ਇਹ ਜਿਗਿਆਸੂ ਇਨਸਾਨ, ਜੋ ਗੁਣਾਂ ਵਾਲਾ ਇਨਸਾਨ ਹੈ, ਉਹਨੂੰ ਰੱਬ ਦਾ ਘਰ ਲੱਭ ਪੈਂਦਾ ਹੈ। ਔਗਣਵੰਤੀ ਦੂਰ, ਪਰ ਜੋ ਔਗਣਿਆਰੀ ਜੀਵ ਇਸਤਰੀ ਹੈ, ਯਾਨੀ ਜਿਸ ਇਨਸਾਨ ਦੇ ਅੰਦਰ ਔਗਣ ਨੇ, ਉਹਨਾਂ ਵਾਸਤੇ ਰੱਬ ਦਾ ਘਰ ਦੂਰ ਹੈ, ਉਹਨਾਂ ਲਈ ਰੱਬ ਦੀ ਪ੍ਰਾਪਤੀ ਦੂਰ ਹੈ, ਉਹਨਾਂ ਨੂੰ ਰੱਬ ਦੂਰ ਨਜ਼ਰੀ ਪੈਂਦਾ ਹੈ, ਉਹਨਾਂ ਤੋਂ ਰੱਬ ਹੀ ਦੂਰ ਹੈ। ਕਿਉਂਕਿ ਗੁਣਾਂ ਦਾ ਮੁਜੱਸਮਾ ਹੀ ਰੱਬ ਹੈ। ਜੇ ਗੁਣ ਨੇੜੇ ਨੇ ਤੇ ਰੱਬ ਨੇੜੇ ਹੈ, ਜੇ ਗੁਣ ਸਾਡੇ ਤੋਂ ਦੂਰ ਨੇ ਤੇ ਰੱਬ ਦੂਰ ਹੈ। ਇਸ ਲਈ ਜੇ ਅਸੀਂ ਰੱਬ ਨੂੰ ਪਾਣਾ ਚਾਹੁੰਦੇ ਹਾਂ, ਰੱਬ ਵਿੱਚ ਮਿਲਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਸੱਚ ਦੇ ਧਾਰਨੀ ਹੋਣਾ, ਰਜਾ ਦੇ ਵਿੱਚ ਤੁਰਨਾ। ਜੇ ਰਜਾ ਵਿੱਚ ਨਹੀਂ ਤੁਰਦੇ, ਗੁਣਾਂ ਦੇ ਧਾਰਨੀ ਨਹੀਂ ਹਾਂ, ਤਾਂ ਰੱਬ ਦੂਰ ਹੀ ਰਹੇਗਾ। ਅੰਤਰ ਤੇਰੇ ਹਰ ਵਸੈ, ਗੁਰਮੁਖ ਸਦਾ ਹਜ਼ੂਰ। ਤੇ ਉਹ ਜੋ ਗੁਣਾਂ ਦਾ ਮਾਲਕ ਹੈ, ਗੁਰੂ ਜੀ ਕਹਿੰਦੇ ਨੇ ਉਹ ਤੇਰੇ ਅੰਦਰ ਵਸਦਾ ਹੈ, ਹਰ ਇੱਕ ਦੇ ਅੰਦਰ ਵਸ ਰਿਹਾ ਹੈ, ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ। ਦੁਨੀਆ ਦਾ ਕੋਈ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਰੱਬ ਨਾ ਵਸਦਾ ਹੋਵੇ, ਜੋ ਰੱਬ ਦਾ ਰੂਪ ਨਾ ਹੋਵੇ। ਔਰ ਇਹਨਾਂ ਚੀਜ਼ਾਂ ਨੂੰ ਅਸੀਂ ਰੋਜ਼ ਸਮਝਣ ਦਾ ਯਤਨ ਕਰ ਰਹੇ ਹਾਂ। ਰੱਬ ਸਭ ਦੇ ਅੰਦਰ ਵਸਦਾ ਹੈ, ਮਤਲਬ ਰੱਬ ਦੇ ਗੁਣ ਸਾਰਿਆਂ ਦੇ ਅੰਦਰ ਵਸਦੇ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਸੱਚ ਵੀ, ਦਇਆ ਵੀ, ਪਿਆਰ ਵੀ, ਮੁਹੱਬਤ ਵੀ, ਸਾਰਾ ਕੁਝ ਵਸ ਰਿਹਾ ਹੈ। ਤਾਂ ਰੱਬ ਅੰਦਰ ਹੀ ਹੈ ਨਾ ਮੇਰੇ ਤੁਹਾਡੇ। ਹੁਣ ਉਸ ਅੰਦਰ ਵਾਲੇ ਦੇ ਨਾਲ ਜੁੜ ਨਹੀਂ ਰਹੇ ਅਸੀਂ, ਸੱਚ ਦੇ ਨਾਲ, ਇਹ ਸਾਡੀ ਪ੍ਰੋਬਲਮ ਹੈ। ਗੁਰਮੁਖ ਸਦਾ ਹਜ਼ੂਰ, ਹਜ਼ੂਰ ਦਾ ਮਤਲਬ ਹਾਜ਼ਰ ਨਾਜ਼ਰ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਰਿਹਾ। ਜੇ ਗੁਰੂ ਦੀ ਸ਼ਰਨ ਵਿੱਚ ਰਿਹਾ ਜਾਏ ਨਾ, ਤਾਂ ਫਿਰ ਰੱਬ ਹਾਜ਼ਰ ਨਾਜ਼ਰ ਦਿਸਦਾ ਹੈ। ਫਿਰ ਪ੍ਰਤੀਤ ਹੋ ਜਾਂਦੀ ਹੈ ਵੀ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਹੀ ਹੈ। ਜੇ ਗੁਰੂ ਦੇ ਦੱਸੇ ਰਾਹ ਤੇ ਚੱਲੀਏ, ਗੁਰੂ ਗਿਆਨ ਮੁਤਾਬਕ ਸੋਚੀਏ, ਜੇ ਗੁਰੂ ਦੇ ਨਜ਼ਰੀਏ ਨੂੰ ਅਪਣਾ ਲਈਏ ਤਾਂ। ਹੁਣ ਦੇਖੋ, ਗੁਰੂ ਦਾ ਨਜ਼ਰੀਆ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਘਟ ਘਟ ਮੈਂ ਹਰ ਜੂ ਵਸੈ, बिसर गई सब तात पराई, जब ते साथ संगत मुह पाई, ना को बैरी नहीं बिगाना, सगल संग हमको बनाए। गुरु दा नजरिया है ना, सबको मीत हम आपन कीना, हम सबना के साजन, दूर परायो मन का बिरहा, तो मेल कियो मेरे राजन। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਰੱਬ ਹਰ ਵਕਤ ਹਾਜ਼ਰ ਨਾਜ਼ਰ ਹੈ ਔਰ ਅੰਦਰ ਹੀ ਵਸ ਰਿਹਾ ਹੈ। ਕੂਕ ਪੁਕਾਰ ਨਾ ਹੋਵਈ, ਨਦਰੀ ਨਦਰ ਨਿਹਾਲ। ਨਦਰੀ ਦਾ ਮਤਲਬ ਮਿਹਰ ਦੀ ਨਿਗਾਹ ਰੱਖਣ ਵਾਲਾ, ਤੇ ਨਦਰ ਦਾ ਮਤਲਬ ਨਦਰ ਰਾਹੀਂ। ਗੁਰੂ ਦੀ ਸ਼ਰਨ ਪਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ। ਕੂਕ ਪੁਕਾਰ ਨਾ ਹੋਵਈ ਦਾ ਮਤਲਬ ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰਹਿੰਦੀ। ਜੀਵਨ ਦੇ ਅੰਦਰ ਚਿੰਤਾਵਾਂ ਨਹੀਂ ਰਹਿੰਦੀਆਂ, ਆਸਾ ਤ੍ਰਿਸ਼ਨਾ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ, ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਂਦੇ ਨੇ। ਕੋਈ ਚਿੰਤਾ, ਕੋਈ ਫਿਕਰ, ਕੋਈ ਕਾੜਾ, ਕੋਈ ਅੰਦੇਸ਼ਾ ਨਹੀਂ ਰਹਿੰਦਾ। ਸਗੋਂ ਨਦਰੀ ਨਦਰ ਨਿਹਾਲ, ਰਹਿਮਤ ਦੀ ਨਦਰ ਕਰਨ ਵਾਲੇ ਪ੍ਰਭੂ ਦੀ ਰਹਿਮਤ ਨਾਲ ਬੰਦਾ ਨਿਹਾਲ ਹੋ ਜਾਂਦਾ ਹੈ। ਨਿਹਾਲ ਹੋ ਜਾਂਦਾ ਇਹਦਾ ਮਤਲਬ ਚੜ੍ਹਦੀ ਕਲਾ ਦੇ ਅੰਦਰ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ, ਸਕਾਰਾਤਮਕ ਰਹਿੰਦਾ ਹੈ, ਕੂਕ ਪੁਕਾਰ ਖਤਮ ਹੋ ਜਾਂਦੀ ਹੈ। ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਕਾਲ। ਕਾਲ ਦਾ ਮਤਲਬ ਮਿਹਨਤ। ਨਾਮ ਰਤੇ ਦਾ ਮਤਲਬ ਜੋ ਨਾਮ ਵਿੱਚ ਰੰਗੇ ਗਏ, ਰੱਬੀ ਗੁਣਾਂ ਵਿੱਚ ਰੰਗੇ ਗਏ।
ਸਹਿਜੇ ਮਿਲੇ, ਸਹਿਜੇ ਦਾ ਮਤਲਬ ਆਤਮਕ ਅਡੋਲਤਾ ਦੇ ਵਿੱਚ ਜੋ ਟਿਕੇ। ਆਤਮਕ ਅਡੋਲਤਾ ਜਾਂ ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਜੋ ਇੱਕ ਹੋ ਗਏ। ਸ਼ਬਦ ਗੁਰੂ ਕੈ ਘਾਲ, ਸ਼ਬਦ ਦਾ ਮਤਲਬ ਸ਼ਬਦ ਵਿੱਚ ਜੁੜ ਕੇ, ਘਾਲ ਦਾ ਮਤਲਬ ਘਾਲ ਕਮਾਈ। ਤਾਂ ਪ੍ਰਭੂ ਦੇ ਗੁਣਾਂ ਵਿੱਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਘਾਲ ਕਮਾਈ ਕਰਕੇ ਆਤਮਕ ਅਡੋਲਤਾ ਵਿੱਚ ਟਿਕੇ ਰਹਿ ਕੇ ਪ੍ਰਭੂ ਨੂੰ ਮਿਲ ਪੈਂਦੇ ਨੇ। ਤਾਂ ਆਸਾਨ ਸ਼ਬਦਾਂ ਵਿੱਚ ਫਿਰ ਦੁਬਾਰਾ ਸਮਝ ਲਓ ਕਿ ਗੁਰੂ ਦੇ ਸ਼ਬਦ ਰਾਹੀਂ ਜੋ ਘਾਲ ਕਮਾਈ ਕਰਦਾ ਹੈ, ਮਤਲਬ ਕਿ ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦਾ ਹੈ, ਜੋ ਰੱਬੀ ਗੁਣਾਂ ਦੇ ਨਾਲ ਆਪਣੇ ਆਪੇ ਨੂੰ ਮਨ ਬਚਨ ਕਰਕੇ ਰੰਗ ਲੈਂਦਾ ਹੈ, ਜਿਹੜਾ ਆਤਮਕ ਅਡੋਲਤਾ ਵਿੱਚ ਟਿਕਦਾ ਹੈ, ਯਾਨੀ ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਮਿਲੇ ਦਾ ਮਤਲਬ ਉਹ ਰੱਬ ਨੂੰ ਮਿਲ ਜਾਂਦਾ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ ਨਾ। ਔਰ ਇਹ ਚੀਜ਼ਾਂ ਹਰ ਸ਼ਬਦ ਵਿੱਚ ਰਿਪੀਟ ਹੋ ਰਹੀਆਂ ਨੇ। ਬਾਰ-ਬਾਰ ਗੁਰੂ ਜੀ ਸਾਨੂੰ ਇਹ ਕਹਿ ਰਹੇ ਨੇ ਕਿ ਗੁਰੂ ਦੇ ਦੱਸੇ ਰਾਹ ਤੇ ਚੱਲਣਾ, ਰੱਬੀ ਰਜ਼ਾ ਵਿੱਚ ਰਹਿਣਾ ਔਰ ਗੁਣਾਂ ਦੇ ਧਾਰਨੀ ਹੋਣਾ ਹੀ ਪ੍ਰਭੂ ਮਿਲਾਪ ਦਾ ਇੱਕੋ ਇੱਕ ਸਾਧਨ ਹੈ। ਮਹਿਲਾ ਤੀਜਾ, ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹ ਜੀ ਦਾਨ। ਜਦੋਂ ਪਪੀਹਾ ਪ੍ਰਭੂ ਅੱਗੇ ਬੇਨਤੀ ਕਰਦਾ ਹੈ ਕਿ हे ਪ੍ਰਭੂ ਰਹਿਮਤ ਕਰ ਔਰ ਮੈਨੂੰ ਜੀ ਦਾਨ ਦੇ। ਜੀ ਦਾਨ ਦਾ ਮਤਲਬ ਆਤਮਕ ਜੀਵਨ ਦਾ ਦਾਨ, ਆਤਮਕ ਜੀਵਨ ਜੀਣ ਦੀ ਜੁਗਤੀ, ਕਿ ਮੈਂ ਆਤਮਕ ਜੀਵਨ ਜੀ ਸਕਾਂ। ਆਤਮਕ ਜੀਵਨ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਮੈਂ ਸੱਚ ਦਾ ਧਾਰਨੀ ਹੋ ਸਕਾਂ। ਮਨ, ਬਚਨ ਔਰ ਕਰਮ ਕਰਕੇ ਮੈਂ ਤੇਰੀ ਰਜ਼ਾ ਦੇ ਅੰਦਰ ਜੀ ਸਕਾਂ, ਮੇਰੇ ਅੰਦਰ ਜ਼ਮੀਰ ਜ਼ਿੰਦਾ ਰਹੇ, ਇਨਸਾਨੀਅਤ ਵਾਲੀ ਮੈਂ ਜ਼ਿੰਦਗੀ ਜੀ ਸਕਾਂ। ਰੱਬ ਦਾ ਪਿਆਰਾ ਬੇਨਤੀ ਕਰਦਾ ਹੈ। ਤੇ ਹੁਣ ਬੇਨਤੀ ਕੌਣ ਕਰੇਗਾ ਜੀ? ਅਰਦਾਸ ਕੌਣ ਕਰੇਗਾ? ਜਿਹੜਾ ਆਪਣਾ ਗੋਲ ਬਣਾਏਗਾ ਇਹੋ ਜਿਹਾ। ਤਾਂ ਇੱਥੇ ਸਾਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਪਦੇਸ਼ ਕੀ ਭਲੇ ਪੁਰਸ਼ੋ ਆਪਣੀ ਜ਼ਿੰਦਗੀ ਦਾ ਗੋਲ ਬਣਾਓ, ਏਮ ਬਣਾਓ, ਮਨੋਰਥ ਬਣਾਓ ਕਿ ਮੈਂ ਸਚਿਆਰ ਹੋ ਕੇ ਜੀਣਾ ਹੈ, ਮੈਂ ਮਨ ਬਚਨ ਕਰਮ ਕਰਕੇ ਸਚਿਆਰ ਹੋ ਕੇ ਜੀਣਾ ਹੈ। ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਹੇ ਮੇਰੇ ਪ੍ਰਾਨ। ਛੁਟਕ ਜਾਹੇ ਦਾ ਮਤਲਬ ਘਾਬਰ ਜਾਂਦੇ ਨੇ, ਪ੍ਰਾਨ ਨਿਕਲ ਜਾਂਦੇ ਨੇ। ਜਲ ਤੋਂ ਬਿਨਾ ਪਿਆਸ ਨਹੀਂ ਉਤਰਦੀ। ਛੁਟਕ ਜਾਹੇ ਮੇਰੇ ਪ੍ਰਾਨ ਦਾ ਮਤਲਬ ਮੇਰੇ ਪ੍ਰਾਨ ਨਿਕਲ ਜਾਂਦੇ ਨੇ, ਜਿੰਦ ਵਿਆਕੁਲ ਹੋ ਜਾਂਦੀ ਹੈ। ਹੁਣ ਜਿਵੇਂ ਪਾਣੀ ਤੋਂ ਬਿਨਾ ਪਿਆਸ ਨਹੀਂ ਉਤਰਦੀ ਤੇ ਜਦੋਂ ਤੱਕ ਪਾਣੀ ਨਾ ਮਿਲੇ ਬੰਦਾ ਵਿਆਕੁਲ ਹੋ ਜਾਂਦਾ ਹੈ, ਤੜਪਦਾ ਹੈ। ਤੇ ਜੇ ਬਹੁਤੀ ਦੇਰ ਪਾਣੀ ਨਾ ਮਿਲੇ ਤੇ ਸਰੀਰ ਮਰ ਜਾਏਗਾ ਪਾਣੀ ਤੋਂ ਬਿਨਾ। ਇੱਥੇ ਜਲ ਦਾ ਮਤਲਬ ਹੈ ਰੱਬੀ ਗੁਣ। ਰੱਬੀ ਗੁਣਾਂ ਤੋਂ ਬਿਨਾ ਮੇਰੀ ਪਿਆਸ ਨਹੀਂ ਉਤਰਦੀ। ਹੁਣ ਸ਼ਾਂਤੀ ਦੀ ਪਿਆਸ ਹੈ ਨਾ, ਕਿ ਮੇਰੇ ਜੀਵਨ ਵਿੱਚ ਸੁੱਖ ਹੋਣ, ਖੁਸ਼ੀਆਂ ਹੋਣ, ਤੇ ਇਹ ਪਿਆਸ ਤਾਂ ਉਤਰਨੀ ਹੈ ਜਦੋਂ ਅਸੀਂ ਸ਼ੁਭ ਗੁਣਾਂ ਦਾ ਪਾਣੀ ਪੀਵਾਂਗੇ। ਗੁਰੂ ਜੀ ਕਹਿੰਦੇ ਨੇ ਛੁਟਕ ਜਾਹੇ ਮੇਰੇ ਪ੍ਰਾਨ, ਜਦੋਂ ਤੱਕ ਮੈਂ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ, ਮੈਂ ਆਤਮਕ ਮੌਤ ਤੇ ਮਰ ਜਾਂਦਾ ਹਾਂ। ਤਾਂ ਇਹਦਾ ਮਤਲਬ ਵਿਕਾਰਾਂ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਤਾਂ ਹੀ ਖਤਮ ਹੋਵੇਗੀ ਜੇ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜਾਂਗੇ। ਤੇ ਜੇ ਬੰਦਾ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਦਾ ਤਾਂ ਇਹਦੀ ਜਿੰਦ ਨਿਕਲ ਜਾਏਗੀ, ਮਤਲਬ ਇਹ ਆਤਮਕ ਮੌਤ ਤੇ ਮਰ ਜਾਏਗਾ, ਇਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ ਔਰ ਜ਼ਿੰਦਗੀ ਦੇ ਅੰਦਰ ਦੁਖਾਂਤ ਵਰਤੇਗਾ। ਤੂੰ ਸੁਖ ਦਾਤਾ ਬੇਅੰਤ ਹੈ, ਗੁਣ ਦਾਤਾ ਨਿਧਾਨ। ਨਿਧਾਨ ਦਾ ਮੀਨਿੰਗ ਹੈ ਨਿਧਾਨ, ਨਿਧਾਨ ਖਜ਼ਾਨਾ। ਸੁਖ ਦਾਤਾ ਦਾ ਮਤਲਬ ਸੁਖਾਂ ਦੀ ਦਾਤ ਦੇਣ ਵਾਲਾ, ਬੇਅੰਤ ਦਾ ਮਤਲਬ ਅੰਤ ਤੋਂ ਰਹਿਤ, ਕਿ हे ਪ੍ਰਭੂ ਤੂੰ ਸੁਖ ਦੇਣ ਵਾਲਾ ਹੈ, ਤੂੰ ਬੇਅੰਤ ਹੈ, ਗੁਣਾਂ ਦਾ ਖਜ਼ਾਨਾ ਹੈ ਔਰ ਗੁਣ ਬਖਸ਼ਣ ਵਾਲਾ ਹੈ। ਦੇਖੋ ਤਿੰਨ ਚਾਰ ਚੀਜ਼ਾਂ ਆ ਗਈਆਂ। ਸੁਖਾਂ ਦਾ ਦਾਤਾ, ਅਨੰਤ ਸੁਖਾਂ ਦਾ ਦਾਤਾ, ਅਨੰਤ ਗੁਣਾਂ ਦਾ ਖਜ਼ਾਨਾ। ਤੇ ਯਾਦ ਰੱਖਣਾ ਉਹ ਹੈ ਕਿੱਥੇ? ਘਟ ਘਟ ਮੈਂ ਹਰ ਜੂ ਵਸੈ, ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਇਹਦਾ ਮਤਲਬ ਕਿ ਦੁਨੀਆ ਦੇ ਹਰ ਇਸਤਰੀ ਪੁਰਸ਼ ਦੇ ਅੰਦਰ ਸੁੱਖਾਂ ਦਾ ਖਜ਼ਾਨਾ ਭਰਿਆ ਪਿਆ ਹੈ, ਗੁਣਾਂ ਦਾ ਖਜ਼ਾਨਾ ਭਰਿਆ ਪਿਆ ਹੈ, ਜਿਹਦਾ ਕੋਈ ਅੰਤ ਹੀ ਨਹੀਂ। ਜਿੰਨਾ ਵੀ ਸੁੱਖ ਮੰਨਣਾ ਚਾਹੋ, ਖੁਸ਼ੀ ਮੰਨਣਾ ਚਾਹੋ, ਮਾਣ ਸਕਦੇ ਹੋ, ਪਰ ਵਰਤਣਾ ਤੇ ਪਏਗਾ ਨਾ। ਜੇ ਪਾਣੀ ਦਾ ਸਰੋਵਰ ਭਰਿਆ ਹੋਵੇ ਤੇ ਕੋਈ ਘੁੱਟ ਪੀਵੇ ਨਾ ਤਾਂ ਪਿਆਸਾ ਮਰ ਜਾਏਗਾ।
ਦੁਨੀਆ ਦਾ ਇੱਕ ਵੀ ਮਨੁੱਖ ਐਸਾ ਨਹੀਂ ਜਿਸ ਦੇ ਅੰਦਰ ਗੁਣ ਨਾ ਹੋਣ, ਪਰ ਜੇ ਗੁਣਾਂ ਨੂੰ ਵਰਤੇ ਤਾਂ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ ਤੂੰ ਸੁੱਖਾਂ ਦਾ ਦਾਤਾ ਹੈ, ਅਨੰਤ ਹੈ ਔਰ ਗੁਣਾਂ ਦਾ ਦਾਤਾ ਹੈ, ਗੁਣਾਂ ਦਾ ਖਜ਼ਾਨਾ ਹੈ ਔਰ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਇਹਦਾ ਮਤਲਬ ਸਾਡੇ ਹਰ ਜੀਵ ਦੇ ਅੰਦਰ ਐਸੀ ਪੋਸੀਬਿਲਿਟੀ ਹੈ ਕਿ ਹਰ ਇਨਸਾਨ ਗੁਣੀ ਇਨਸਾਨ ਹੋ ਸਕਦਾ ਹੈ, ਹਰ ਇਨਸਾਨ ਦੁਨੀਆ ਦਾ ਮਹਾਨ ਸੁਖੀ ਹੋ ਸਕਦਾ ਹੈ। ਪਰ ਹੋਵੇਗਾ ਕਿਵੇਂ? ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਬੇਲੀ ਦਾ ਮਤਲਬ ਯਾਰ ਦੋਸਤ, ਅੰਤ ਦਾ ਮਤਲਬ ਅਖੀਰ, ਤੇ ਅੰਤ ਕਿਹਨੂੰ ਕਹਿੰਦੇ ਨੇ? ਇੱਥੇ ਦਾ ਮਤਲਬ ਹੈ ਆਖਿਰ ਨੂੰ, ਪਰ ਅੰਤ ਅਸਲ 'ਚ ਹੈ ਕੀ? ਅੰਤ ਇਹ ਨਹੀਂ ਕਿ ਜਦੋਂ ਸਰੀਰ ਕਰਕੇ ਬੰਦਾ ਮਰਦਾ ਹੈ ਉਦੋਂ ਨਹੀਂ। ਅਸਲੀ ਬੰਦਾ ਉਦੋਂ ਹੀ ਮਰ ਜਾਂਦਾ ਜਦੋਂ ਸੱਚ ਦੇ ਨਾਲੋਂ ਟੁੱਟ ਜਾਂਦਾ। ਜਦੋਂ ਮੈਂ ਝੂਠ ਬੋਲਦਾ ਹਾਂ ਨਾ ਕਿਸੇ ਨਾਲ, ਉਦੋਂ ਮੈਂ ਅੰਦਰੋਂ ਮਰ ਜਾਂਦਾ ਹਾਂ। ਬੰਦੇ ਦੀ ਜ਼ਮੀਰ ਮਰੇਗੀ ਤਾਂ ਬੰਦਾ ਝੂਠ ਬੋਲੇਗਾ ਨਾ, ਨਹੀਂ ਤਾਂ ਬੰਦਾ ਝੂਠ ਨਹੀਂ ਬੋਲਦਾ। ਮੈਂ ਤੁਹਾਡੇ ਨਾਲ ਇੱਕ ਪੈਸੇ ਦੀ ਵੀ ਹੇਰਾਫੇਰੀ ਕਰਾਂ, ਤੁਹਾਡੀ ਇੱਕ ਪੈਨੀ ਵੀ ਚੁੱਕ ਕੇ ਜੇਬ ਵਿੱਚ ਤਾਂ ਪਾਵਾਂਗਾ ਜੇ ਮੇਰੇ ਅੰਦਰੋਂ ਜ਼ਮੀਰ ਮਰੇਗੀ। ਮੈਂ ਬੇਗਾਨੀ ਧੀ ਭੈਣ ਵੱਲ ਤਾਂ ਮਾੜੀ ਨਜ਼ਰ ਨਾਲ ਦੇਖਾਂਗਾ ਜੇ ਮੇਰੇ ਅੰਦਰੋਂ ਜ਼ਮੀਰ ਮਰੇਗੀ। ਮੈਂ ਬੇਗਾਨੇ ਹੱਕ ਤਾਂ ਖਾਵਾਂਗਾ, ਜ਼ਮੀਰ ਮਰੇਗੀ। ਤੁਹਾਡੇ ਨਾਲ ਮੈਂ ਜੈਲਸੀ ਤਾਂ ਕਰਾਂਗਾ ਜੇ ਅੰਦਰੋਂ ਜ਼ਮੀਰ ਮਰੇਗੀ। ਇਹਨੂੰ ਕਹਿੰਦੇ ਨੇ ਅੰਤ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਗੁਰਮੁਖ ਬਖਸ਼ ਲੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਾਂ ਹੇ ਨਾਨਕ, ਇਹ ਬੇਨਤੀ ਸੁਣ ਕੇ ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਰੱਖ ਲੈਂਦਾ ਹੈ, ਮਿਹਰ ਕਰਕੇ ਬਖਸ਼ ਲੈਂਦਾ ਹੈ ਔਰ ਆਖਿਰ ਨੂੰ ਰੱਬ ਉਹਦਾ ਦੋਸਤ ਬਣ ਜਾਂਦਾ ਹੈ, ਰੱਬ ਉਹਦਾ ਬੇਲੀ ਹੋ ਜਾਂਦਾ ਹੈ, ਪ੍ਰਭੂ ਉਹਦਾ ਸਹਾਇਕ ਹੁੰਦਾ ਹੈ। ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਆਖਿਰ ਨੂੰ ਰੱਬ ਉਹਨੂੰ ਬਚਾ ਲੈਂਦਾ ਹੈ, ਉਹਨੂੰ ਆਤਮਕ ਮੌਤ ਤੇ ਨਹੀਂ ਮਰਨ ਦਿੰਦਾ। ਤਾਂ ਮਤਲਬ ਜੇ ਇਨਸਾਨ ਚਾਹੁੰਦਾ ਹੈ ਕਿ ਇਨਸਾਨ ਦੇ ਵਿੱਚੋਂ ਇਨਸਾਨੀਅਤ ਨਾ ਮਰੇ, ਜ਼ਮੀਰ ਨਾ ਮਰੇ, ਖੁਸ਼ੀਆਂ ਖਤਮ ਨਾ ਹੋਣ, ਚੜ੍ਹਦੀ ਕਲਾ ਅੰਦਰੋਂ ਖਤਮ ਨਾ ਹੋਵੇ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ ਕਿ ਗੁਰਮੁਖ ਹੋ ਜਾਣਾ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ। ਪੌੜੀ ਆਪੇ ਜਗਤ ਉਪਾਏ ਕੈ, ਗੁਣ ਔਗਣ ਕਰੇ ਵਿਚਾਰ। ਉਪਾਏ ਕੈ ਦਾ ਮਤਲਬ ਪੈਦਾ ਕਰਕੇ, ਆਪ ਹੀ ਜਗਤ ਬਣਾ ਕੇ ਪੈਦਾ ਕਰਕੇ ਜੀਵਾਂ ਦੇ ਗੁਣਾਂ ਔਗਣਾਂ ਦੀ ਵਿਚਾਰ ਕਰਦਾ ਹੈ, ਲੇਖਾ ਕਰਦਾ ਹੈ। ਗੁਣ ਨੇ, ਔਗਣ ਨੇ, ਇਹਨਾਂ ਸਾਰਿਆਂ ਦਾ ਲੇਖਾ ਰੱਬ ਆਪ ਕਰਦਾ ਹੈ। ਤੇ ਲੇਖੇ ਦਾ ਮਤਲਬ ਇਹ ਨਹੀਂ ਕਿ ਰੱਬ ਉੱਤੇ ਕਿਤੇ ਬੈਠ ਕੇ ਵਹੀ ਲੈ ਕੇ ਤੇ ਲੇਖਾ ਕਰ ਰਿਹਾ ਹੈ ਮਰਨ ਤੋਂ ਬਾਅਦ, ਨਾ। ਜਗਤ ਦੇ ਅੰਦਰ ਹੀ ਗੁਣਾਂ ਔਰ ਅਵਗੁਣਾਂ ਦਾ ਲੇਖਾ ਨਾਲ ਦੇ ਨਾਲ ਹੀ ਹੋਈ ਜਾਂਦਾ ਹੈ, ਰੱਬੀ ਹੁਕਮ ਦੇ ਅੰਦਰ, ਰੱਬੀ ਰਜ਼ਾ ਦੇ ਅੰਦਰ। ਕਿਵੇਂ ਲੇਖਾ ਹੋਈ ਜਾਂਦਾ ਹੈ? ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਪੈਲੀ ਵਿੱਚ ਕਣਕ ਦਾ ਬੀਜ ਬੀਜੋਗੇ ਤੇ ਕਣਕ ਉਗ ਜਾਏਗੀ, ਲੇਖਾ ਹੋ ਗਿਆ ਨਾ। ਲੇਖਾ ਦਾ ਮਤਲਬ ਨਿਆਂ ਹੋ ਗਿਆ। ਚਣੇ ਬੀਜੋਗੇ, ਚਣੇ ਉਗ ਜਾਣਗੇ। ਕਿੱਕਰਾਂ ਦੇ ਬੀਜ ਬੀਜੋਗੇ, ਕਿੱਕਰ ਉਗ ਜਾਣਗੇ। ਅੰਗੂਰਾਂ ਦੇ ਬੀਜੋਗੇ, ਅੰਗੂਰ ਉਗ ਜਾਣਗੇ। ਲੇਖਾ ਹੋਈ ਜਾ ਰਿਹਾ ਵੀ ਜੋ ਚੀਜ਼ ਬੀਜ ਰਹੇ ਹੋ ਉਹ ਮਿਲ ਰਿਹਾ ਹੈ। ਇਸੇ ਤਰ੍ਹਾਂ ਜਪਜੀ ਸਾਹਿਬ ਵਿੱਚ ਅਸੀਂ ਵਿਚਾਰ ਕੀਤੀ ਸੀ ਨਾ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਜਦੋਂ ਜੀਵਨ ਵਿੱਚ ਚੰਗਿਆਈਆਂ ਹੁੰਦੀਆਂ ਨੇ, ਗੁਣ ਹੁੰਦੇ ਨੇ, ਉਹਨਾਂ ਦਾ ਲੇਖਾ ਹੁੰਦਾ, ਨਾਲ ਦੇ ਨਾਲ ਹੀ ਫੈਸਲਾ, ਸਾਡੀ ਨੇੜਤਾ ਬਣ ਜਾਂਦੀ ਹੈ। ਭੈਣਾਂ ਭਰਾਵਾਂ ਦੀ, ਸੱਜਣਾ ਮਿੱਤਰਾਂ ਦੀ, ਯਾਰਾਂ ਦੋਸਤਾਂ ਦੀ, ਰਿਸ਼ਤੇਦਾਰਾਂ ਦੀ ਨੇੜਤਾ ਬਣੀ ਰਹਿੰਦੀ ਹੈ। ਰੱਬ ਨਾਲ ਵੀ ਨੇੜਤਾ ਬਣਦੀ ਹੈ, ਗੁਰੂ ਨਾਲ ਵੀ ਨੇੜਤਾ ਬਣਦੀ ਹੈ, ਗੁਣਾਂ ਕਰਕੇ। ਲੇਖਾ ਹੋ ਗਿਆ ਨਾ। ਤੇ ਦੂਜਾ ਲੇਖਾ ਇਹ ਹੈ, ਹਿਸਾਬ ਕਿਤਾਬ ਇਹ ਹੈ ਕਿ ਜੇ ਔਗਣ ਨੇ ਤਾਂ ਫਿਰ ਸਾਡੀਆਂ ਦੂਰੀਆਂ ਵੱਧ ਜਾਂਦੀਆਂ ਨੇ। ਬੁਰਾਈਆਂ ਕਰਕੇ ਦੂਰੀਆਂ ਨੇ, ਮੈਂ ਤੁਹਾਡੇ ਤੋਂ, ਤੁਸੀਂ ਮੇਰੇ ਤੋਂ। ਉਦੋਂ ਦੂਰ ਹੋਵਾਂਗੇ ਜਦੋਂ ਸਾਡੇ ਵਿੱਚੋਂ ਕੋਈ ਬੁਰਾਈ ਕਰੇਗਾ, ਔਗਣ ਕਰੇਗਾ। ਉਦੋਂ ਰਿਸ਼ਤੇ ਵੀ ਟੁੱਟ ਜਾਂਦੇ ਨੇ, ਪਰਿਵਾਰ ਵੀ ਵਿਖਰ ਜਾਂਦੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਜਾਂਦੀਆਂ ਨੇ, ਤੇ ਔਗਣਾ ਕਰਕੇ ਰੱਬ ਤੋਂ, ਗੁਰੂ ਤੋਂ ਵੀ ਦੂਰੀ ਵੱਧ ਜਾਂਦੀ। ਇਹੀ ਹੈ ਵਿਚਾਰ, ਔਰ ਇਹ ਲੇਖਾ ਹਰ ਥਾਂ ਤੇ, ਹਰ ਪਲ, ਹਰ ਵਕਤ ਹੋ ਰਿਹਾ ਹੈ, ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ। ਤਾਂ ਪ੍ਰਭੂ ਆਪ ਹੀ ਜਗਤ ਬਣਾ ਕੇ ਜੀਵਾਂ ਦੇ ਗੁਣਾਂ ਔਗਣਾਂ ਦਾ ਲੇਖਾ ਕਰਦਾ ਹੈ। ਭਾਵ ਕਿ ਤੁਹਾਡਾ ਹਰ ਕਰਮ ਲੇਖੇ ਵਿੱਚ ਹੈ, ਉਹਦਾ ਫਲ ਹਰ ਇਨਸਾਨ ਨੂੰ ਆਪ ਇੱਥੇ ਹੀ ਭੁਗਤਣਾ ਪੈਣਾ ਹੈ।
ਤ੍ਰੈਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਸਰਬ ਜੰਜਾਲ ਦਾ ਮਤਲਬ ਨਿਰਾ ਜੰਜਾਲ, ਨਿਰਾ ਵਿਕਾਰਾਂ ਵਿੱਚ ਫਸਾਨ ਦਾ ਮੂਲ। ਤੇ ਤ੍ਰੈਗੁਣ ਕਿਹੜੇ ਨੇ? ਮਾਇਆ ਦੇ 3 ਗੁਣ, ਰਜਗੁਣ, ਤਮਗੁਣ ਔਰ ਸਤਗੁਣ। ਰਜਗੁਣ ਦਾ ਮਤਲਬ ਜੋ ਲਾਲਚ ਅਧੀਨ ਕਰਮ ਕੀਤੇ ਜਾਂਦੇ ਨੇ, 2 ਨੰਬਰ ਦੇ ਧੰਦੇ ਕਹਿ ਲਓ। ਤੇ ਤਮਗੁਣ ਦਾ ਮਤਲਬ ਜਿਹੜੇ ਵਿਕਾਰ ਨੇ, ਪਾਪ ਅਪਰਾਧ ਨੇ ਔਰ ਵਿਖਾਵੇ ਦੇ ਕਰਮ ਕਾਂਡ ਨੇ। ਤੇ ਸਤਗੁਣ ਦਾ ਮਤਲਬ ਹੈ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਤਿਆਗ ਕਰ ਦੇਣਾ। ਇਹ 3 ਚੀਜ਼ਾਂ ਨੇ। ਤੇ ਗੁਰੂ ਜੀ ਕਹਿੰਦੇ ਨੇ ਇਹ ਤਿੰਨੇ ਗੁਣ ਸਾਰੇ ਦਾ ਸਾਰਾ ਜੰਜਾਲ, ਵਿਕਾਰਾਂ ਵਿੱਚ ਫਸਾਉਣ ਵਾਲਾ, ਦੁੱਖਾਂ ਵਿੱਚ ਪਾਉਣ ਵਾਲਾ, ਜੀਵਨ ਦੇ ਰਾਹ ਤੋਂ ਭਟਕਾਉਣ ਵਾਲਾ ਹੈ। ਤ੍ਰੈਗੁਣ ਸਰਬ ਜੰਜਾਲ ਹੈ। ਜਿੰਨੇ ਵੀ ਇਹ ਮਾਇਆ ਦੇ 3 ਗੁਣ ਨੇ, ਨਿਰਾ ਜੰਜਾਲ, ਵਿਕਾਰਾਂ ਵਿੱਚ ਫਸਾਉਣ ਵਾਲਾ ਹੈ। ਕਿਹਦੇ ਵਾਸਤੇ? ਨਾਮ ਨਾ ਧਰੇ ਪਿਆਰ। ਜੇ ਬੰਦਾ ਰੱਬੀ ਹੁਕਮ ਦੇ ਅੰਦਰ ਪਿਆਰ ਨਾ ਪਾਏ, ਨਾਮ ਦਾ ਮਤਲਬ ਸਿਫਤ ਸਲਾਹ, ਨਾਮ ਦਾ ਮਤਲਬ ਹੁਕਮ। ਜੇ ਰੱਬੀ ਗੁਣਾਂ ਨਾਲ ਪਿਆਰ ਨਾ ਪਾਏ, ਜੇ ਰੱਬੀ ਰਜ਼ਾ ਨਾਲ ਪਿਆਰ ਨਾ ਕਰੇ, ਰੱਬੀ ਰਜ਼ਾ ਵਿੱਚ ਜੀਵਨ ਨਾ ਜੀਵੇ, ਤਾਂ ਤ੍ਰੈਗੁਣ ਤਾਂ ਫਿਰ ਜੰਜਾਲ ਹੈ ਨਿਰਾ। 4 ਕਿਸਮ ਦੇ ਲੋਕ ਨੇ। ਇੱਕ ਉਹ ਜੋ ਲਾਲਚ ਅਧੀਨ 2 ਨੰਬਰ ਦੇ ਕੰਮ ਕਰ ਰਹੇ ਨੇ। ਦੂਜੇ ਉਹ ਜੋ ਅਗਿਆਨਤਾ ਵਸ਼ ਪਾਪ, ਵਿਕਾਰ, ਅਪਰਾਧ ਵੀ ਕਮਾਉਂਦੇ ਨੇ ਔਰ ਵਿਖਾਵੇ ਦੇ ਧਾਰਮਿਕ ਕਰਮਾਂ ਵਿੱਚ ਉਲਝੇ ਨੇ, ਤੀਰਥ ਯਾਤਰਾ, ਵਰਤ ਨਰਾਤੇ ਵਗੈਰਾ ਵਗੈਰਾ। ਤੀਜੇ ਉਹ ਨੇ ਜੋ ਛੱਡ ਕੇ ਹੀ ਚਲੇ ਗਏ ਨੇ ਸੰਸਾਰ ਨੂੰ। ਲੇਕਿਨ ਚੌਥੇ ਉਹ ਨੇ ਜਿਹੜੇ ਨਾ ਤੇ ਪਾਪ ਕਰ ਰਹੇ ਨੇ, ਜਿਹੜੇ ਨਾ ਹੀ ਕਰਮ ਕਾਂਡਾਂ ਵਿੱਚ ਫਸੇ ਨੇ, ਨਾ ਹੀ ਇਸ ਸੰਸਾਰ ਨੂੰ ਛੱਡ ਕੇ ਗਏ ਨੇ, ਸਗੋਂ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਨਿਰਲੇਪ ਹੋ ਕੇ ਜ਼ਿੰਦਗੀ ਜੀ ਰਹੇ ਨੇ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀ ਰਹੇ ਨੇ, ਕਮਲ ਦੇ ਫੁੱਲ ਦੀ ਤਰ੍ਹਾਂ ਇੱਥੇ ਨਿਰਲੇਪ ਨੇ। ਉਹ ਨੇ ਜਿਹੜੇ ਰੱਬੀ ਹੁਕਮ ਦੇ ਨਾਲ, ਰੱਬੀ ਗੁਣਾਂ ਦੇ ਨਾਲ ਪਿਆਰ ਕਰਦੇ। ਤੇ ਜੇ ਰੱਬੀ ਗੁਣਾਂ ਨਾਲ ਪਿਆਰ ਨਹੀਂ, ਰੱਬੀ ਹੁਕਮ ਨਾਲ ਪਿਆਰ ਨਹੀਂ, ਤਾਂ ਬਾਕੀ ਦੇ ਸਾਰੇ ਕਰਮ ਜੰਜਾਲ ਨੇ, ਪੈਰਾਂ ਦੇ ਬੰਧਨ ਨੇ, ਆਤਮਿਕ ਜੀਵਨ ਦਾ ਰੋੜਾ ਨੇ, ਦੁੱਖਾਂ ਦੇ ਕਾਰਨ। ਗੁਣ ਛੋੜ ਔਗਣ ਕਮਾਮ ਦੇ, ਦਰਗਾਹ ਹੁਹੇ ਖੁਆਰ। ਇਸ ਵਾਸਤੇ ਜੀਵ ਗੁਣ ਛੱਡ ਕੇ ਜਿਹੜੇ ਔਗਣ ਕਮਾਉਂਦੇ ਨੇ, ਰੱਬੀ ਹਜ਼ੂਰੀ ਦੇ ਅੰਦਰ ਖੁਆਰ ਹੁੰਦੇ ਨੇ, ਸ਼ਰਮਿੰਦੇ ਹੁੰਦੇ ਨੇ। ਸ਼ਰਮਿੰਦਗੀ ਉਠਾਣੀ ਪੈਂਦੀ ਹੈ, ਦੁੱਖ ਝੱਲਣੇ ਪੈਂਦੇ ਨੇ। ਤੇ ਰੱਬੀ ਦਰਗਾਹ ਕਿਹੜੀ ਹੈ? ਸੰਸਾਰ, ਰੱਬ ਦਾ ਹੁਕਮ, ਜਿੱਥੇ ਸਾਰਾ ਸੰਸਾਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਕਿਉਂਕਿ ਰੱਬ ਆਪ ਕੁਦਰਤ ਦੇ ਵਿੱਚ ਹੈ ਨਾ। ਤਾਂ ਉਹ ਫਿਰ ਰੱਬੀ ਦਰਗਾਹ ਵਿੱਚ, ਇਸ ਸੰਸਾਰ ਵਿੱਚ ਖੁਆਰ ਹੁੰਦੇ ਨੇ। ਕੌਣ? ਜੋ ਗੁਣਾਂ ਨੂੰ ਛੱਡ ਕੇ ਔਗਣ ਕਮਾ ਰਹੇ ਨੇ। ਤੇ ਇਹ ਚੀਜ਼ ਨੂੰ ਹੁਣ ਧਿਆਨ ਦੇ ਨਾਲ ਵੇਖੋ, ਧਿਆਨ ਦੇ ਨਾਲ ਦੇਖੋ। ਅੜੋਸ ਪੜੋਸ ਵਿੱਚ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਵਿੱਚ, ਸਮਾਜ ਵਿੱਚ, ਆਪਣੀ ਜੀਵਨ ਵੱਲ ਝਾਤ ਮਾਰ ਕੇ ਵੇਖੋ ਕਿ ਸਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਨਿਰੋਲ ਗੁਣਾਂ ਨਾਲ ਜੁੜੇ ਹੁੰਦੇ ਹਾਂ। ਤੇ ਜਦੋਂ ਅਸੀਂ ਔਗਣਾਂ ਦੇ ਨਾਲ ਜੁੜਦੇ ਹਾਂ, ਉਦੋਂ ਭੈ, ਡਰ, ਤ੍ਰਿਸ਼ਨਾ, ਲਾਲਚ, ਗੁੱਸਾ, ਕ੍ਰੋਧ, ਦੁੱਖ ਵਾਪਰਦੇ ਨੇ। ਤਾਂ ਕਿੰਨਾ ਸੌਖਾ ਸਾਧਨ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਗੁਣਾਂ ਨੂੰ ਛੱਡ ਕੇ ਔਗਣ ਕਮਾਓਗੇ, ਸ਼ਰਮਿੰਦਗੀ ਵੀ ਉਠਾਣੀ ਪਵੇਗੀ, ਖੁਆਰੀ ਵੀ ਉਠਾਣੀ ਪਏਗੀ। ਤੇ ਜੇ ਚਾਹੁੰਦੇ ਹੋ ਕਿ ਜੀਵਨ ਦੇ ਅੰਦਰ ਸੁੱਖ ਸ਼ਾਂਤੀ, ਫਿਰ ਔਗਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਜੂਐ ਜਨਮ ਤਿਨੀ ਹਾਰਿਆ, ਕਿਤ ਆਏ ਸੰਸਾਰ। ਕਿਤ ਦਾ ਮਤਲਬ ਕਾਹਦੇ ਲਈ? ਸੰਸਾਰ ਦਾ ਮਤਲਬ ਸੰਸਾਰ ਵਿੱਚ। ਕਿਤ ਆਏ ਦਾ ਮਤਲਬ ਉਹਨਾਂ ਦੇ ਆਉਣ ਦਾ ਫਾਇਦਾ ਕੀ ਹੋਇਆ। ਜਿਹੜੇ ਗੁਣਾਂ ਨੂੰ ਛੱਡ ਕੇ ਔਗਣ ਕਮਾਉਂਦੇ ਨੇ ਔਰ ਇਸ ਦੁਨੀਆ ਦੇ ਅੰਦਰ ਖੁਆਰ ਹੋ ਰਹੇ ਨੇ ਤੇ ਦੂਜਿਆਂ ਨੂੰ ਖੁਆਰ ਕਰ ਰਹੇ ਨੇ, ਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਆਪਣਾ ਜਨਮ ਜੂਏ ਦੇ ਵਿੱਚ ਹਾਰ ਦਿੱਤਾ ਹੈ। ਉਹ ਉਸ ਜੁਆਰੀ ਵਰਗੇ ਨੇ ਜਿਨਨੇ ਆਪਣੇ ਸਾਰੇ ਦੀ ਸਾਰੀ ਪ੍ਰਾਪਰਟੀ ਹੀ ਹਾਰ ਲਈ ਹੈ। ਕਿੰਨਾ ਦੁਖਾਂਤ ਹੈ ਨਾ, ਜੂਏ ਦੇ ਅੰਦਰ ਸਾਰਾ ਕੁਝ ਹਾਰ ਜਾਏ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਲਾਭ ਕੀ ਹੈ? ਦੱਸੋ, ਉਹਨਾਂ ਦੇ ਆਉਣ ਦਾ ਲਾਭ ਹੈ ਕੋਈ? ਜਿਹੜੇ ਖੁਆਰ ਹੋ ਰਹੇ ਨੇ, ਔਰ ਕੱਲੇ ਆਪ ਖੁਆਰ ਨਹੀਂ ਹੋ ਰਹੇ, ਦੂਜਿਆਂ ਨੂੰ ਵੀ ਖੁਆਰ ਕਰ ਰਹੇ ਨੇ। ਆਪ ਤੇ ਦੁਖੀ ਹੈ ਹੀ ਨੇ, ਦੂਜਿਆਂ ਨੂੰ ਵੀ ਦੁਖੀ ਕਰ ਰਹੇ ਨੇ। ਪਰਿਵਾਰ ਦੇ ਅੰਦਰ ਕਈ ਵਾਰੀ ਪਰਿਵਾਰ ਦਾ ਇੱਕ ਜੀ
ਸਾਰੇ ਪਰਿਵਾਰ ਦਾ ਨੱਕ ਦੇ ਵਿੱਚ ਦਮ ਕਰ ਦਿੰਦਾ। ਕਈ ਵਾਰੀ ਘਰ ਦਾ ਕੋਈ ਇੱਕ ਜੀ ਸਾਰੇ ਪਰਿਵਾਰ ਨੂੰ ਤੋੜਨ ਦਾ ਕਾਰਨ ਬਣ ਜਾਂਦਾ। ਕਈ ਵਾਰੀ ਇੱਕ ਪਰਿਵਾਰ ਦੇ ਜੀ ਕਰਕੇ ਤਲਾਕਾਂ ਤੱਕ ਗੱਲ ਪਹੁੰਚਦੀ ਹੈ, ਅਦਾਲਤਾਂ ਤੱਕ ਪਹੁੰਚਦੀ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਔਰ ਕਈ ਵਾਰ ਤੇ ਲੜਾਈ ਦੰਗੇ ਫਸਾਦ ਵੀ ਹੋ ਜਾਂਦੇ ਨੇ ਸਿਰਫ ਇੱਕ ਜੀ ਦੇ ਮਾੜੇ ਵਿਹਾਰ ਕਰਕੇ। ਆਪ ਵੀ ਖੁਆਰ, ਦੂਜਿਆਂ ਨੂੰ ਵੀ ਖੁਆਰ। ਇਸ ਸੰਸਾਰ ਦੇ ਅੰਦਰ ਬਹੁਤੀ ਖੁਆਰੀ ਹੈ। 99% 98% ਲੋਕ ਖੁਆਰ ਹੋ ਰਹੇ ਨੇ, ਅਸ਼ਾਂਤ ਨੇ, ਦੁਖੀ ਨੇ। ਤੇ ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਨਿੱਕਾ ਜਿਹਾ ਹੈ, ਗੁਣਾਂ ਨੂੰ ਛੱਡ ਕੇ ਔਗਣਾਂ ਦੇ ਤਾਰ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਉਹ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਬੇਕਾਰ ਕਰ ਲਈ ਹੈ। ਉਹਨਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਲਾਭ ਕੀ ਹੈ? ਤਾਂ ਇਸ ਲਈ ਭਾਈ ਸਿੱਧੀ ਜੀ ਗੱਲ ਹੈ ਕਿ ਜੇ ਜਿਉਣਾ ਹੀ ਹੈ ਫਿਰ ਚੰਗੀ ਤਰ੍ਹਾਂ ਜੀ ਲਓ। ਜੇ ਬੋਲਣਾ ਹੀ ਹੈ ਫਿਰ ਸੱਚੇ ਔਰ ਪਿਆਰੇ ਬੋਲ ਲਓ। ਜੇ ਆਪਸੀ ਮਿਲਵਰਤਨ ਰੱਖਣਾ ਹੈ ਫਿਰ ਸਹਿਨਸ਼ੀਲਤਾ ਰੱਖ ਲਓ, ਇੱਕ ਦੂਜੇ ਦੀ ਗੱਲ ਨੂੰ ਜਰ ਲਓ, ਨਿਮਰਤਾ ਦੇ ਧਾਰਨੀ ਹੋ ਜਾਓ, ਸੱਚ ਦੇ ਧਾਰਨੀ ਹੋ ਜਾਓ। ਕਿਰਤ ਕਰਨੀ ਹੀ ਹੈ ਤਾਂ ਫਿਰ ਇਮਾਨਦਾਰੀ ਦੀ ਕਰ ਲਓ। ਸੰਬੰਧ ਨੇ, ਰਿਸ਼ਤੇ ਨੇ, ਜਦੋਂ ਇਹਨਾਂ ਰਿਸ਼ਤਿਆਂ ਨੂੰ ਨਿਭਾਣਾ ਹੈ ਤੇ ਫਿਰ ਇਮਾਨਦਾਰੀ ਨਾਲ, ਪਿਆਰ ਨਾਲ ਨਿਭਾ ਲਓ। ਫਿਰ ਇਸ ਜੀਵਨ ਨੂੰ ਖੁਆਰ ਕਿਉਂ ਹੋ ਰਹੇ ਹੋ? ਕਿਉਂ ਖੁਆਰ ਹੋ ਰਹੇ ਹੋ? ਕਿਉਂ ਦੁਖੀ ਹੋ ਰਹੇ ਹੋ? ਸੁਖੀ ਰਹੋ, ਸ਼ਾਂਤ ਰਹੋ, ਪੋਜ਼ਿਟਿਵ ਰਹੋ, ਚੰਗਾ ਸੋਚੋ, ਚੰਗਾ ਬੋਲੋ, ਚੰਗਾ ਕਰੋ। ਆਪ ਵੀ ਸੁਖੀ ਰਹੋ, ਦੂਜਿਆਂ ਨੂੰ ਵੀ ਸੁਖੀ ਰਹਿਣ ਦਿਓ। ਸੱਚੇ ਸ਼ਬਦ ਮਨ ਮਾਰਿਆ, ਅਹਨਿਸ ਨਾਮ ਪਿਆਰ। ਅਹਨਿਸ ਦਾ ਮਤਲਬ ਦਿਨ ਰਾਤ, ਨਾਮ ਦਾ ਮਤਲਬ ਨਾਮ ਵਿੱਚ, ਪਿਆਰ ਵਿੱਚ, ਸਿਫਤ ਸਲਾਹ ਵਿੱਚ। ਸੱਚੇ ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ, ਸੱਚੇ ਉਪਦੇਸ਼ ਦੀ ਰਾਹੀਂ। ਮਨ ਮਾਰਿਆ ਦਾ ਮਤਲਬ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸੱਚੇ ਸ਼ਬਦ ਗਿਆਨ ਰਾਹੀਂ, ਉਪਦੇਸ਼ ਰਾਹੀਂ ਆਪਣਾ ਮਨ ਵਸ ਵਿੱਚ ਲੈ ਆਂਦਾ, ਉਹ ਦਿਨ ਰਾਤ ਪ੍ਰਭੂ ਦੇ ਪਿਆਰ ਦੇ ਵਿੱਚ ਪਲਦੇ ਨੇ, ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਦਾ ਪਿਆਰ ਹੈ। ਜਿਨ੍ਹਾਂ ਨੇ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ। ਤਾਂ ਗੱਲ ਤਾਂ ਇੰਨੀ ਕਹਿ ਕਿ ਗੁਰੂ ਦੇ ਸ਼ਬਦ ਅਨੁਸਾਰ ਜ਼ਿੰਦਗੀ ਜੀਣੀ ਹੈ, ਗੁਰੂ ਦੇ ਗਿਆਨ ਨੂੰ ਫੋਲੋ ਕਰਨਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਹੈ, ਤੇ ਜੀਵਨ ਦੇ ਵਿੱਚ ਪਿਆਰ ਆ ਜਾਏਗਾ। ਦਿਨ ਰਾਤ ਜੀਵਨ ਵਿੱਚ ਸ਼ੁਭ ਗੁਣ ਆ ਜਾਣਗੇ। ਹੁਣ ਜੀ ਤੇ ਅਸੀਂ ਰਹੇ ਹਾਂ ਸਾਰੇ ਜੀਵ ਜੰਤ, ਜਿੰਨੇ ਵੀ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਰ ਇੱਕ ਦੂਜੇ ਨਾਲ ਜੈਲਸੀ ਕਰਕੇ ਜੀ ਰਹੇ ਹਾਂ, ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ। ਤਾਂ ਇਹਦੀ ਬਜਾਏ ਇੱਕ ਦੂਜੇ ਨਾਲ ਪਿਆਰ ਕਰ ਲਓ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਇੱਕ ਦੂਜੇ ਦੀ ਹੈਲਪ ਕਰ ਦਿਓ। ਇੱਕ ਦੂਜੇ ਦੇ ਨਾਲ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਬਜਾਏ ਇੱਕ ਦੂਜੇ ਦੇ ਗੁਣਾਂ ਦੀ, ਕੁਆਲਿਟੀ ਦੀ ਸਿਫਤ ਕਰ ਦਿਓ। ਤਾਂ ਜੀਵਨ ਸੌਖਾ ਹੋ ਜਾਏਗਾ। ਪਰ ਇਹ ਹੋਏਗਾ ਗੁਰੂ ਸ਼ਬਦ ਰਾਹੀਂ, ਜਦੋਂ ਅਸੀਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਾਂਗੇ। ਜਿਨੀ ਪੁਰਖੀ ਉਰਤਾਰਿਆ, ਸੱਚਾ ਅਲਖ ਅਪਾਰ। ਜਿਨ੍ਹਾਂ ਨੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਔਰ ਬੇਅੰਤ ਪ੍ਰਭੂ ਵਸਾਇਆ ਹੈ। ਉਰਤਾਰਿਆ ਦਾ ਮਤਲਬ ਸੋਚ ਅੰਦਰ, ਉਰ ਦਾ ਮਤਲਬ ਹਿਰਦਾ, ਮਤਲਬ ਮੈਂਟੈਲਿਟੀ, ਮਤਲਬ ਸੋਚ, ਭਾਵਨਾਵਾਂ। ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰ ਸੱਚੇ, ਅਲਖ ਔਰ ਅਪਾਰ ਪ੍ਰਭੂ ਨੂੰ ਵਸਾਇਆ ਹੈ। ਪ੍ਰਭੂ ਸੱਚ ਹੈ, ਤੇ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਅਲਖ ਦਾ ਮਤਲਬ ਲਖਨ ਤੋਂ ਪਰੇ ਹੈ। ਜਿਹੜੀ ਸੋਚ ਨਾਲ ਅਸੀਂ ਜ਼ਿੰਦਗੀ ਜੀ ਰਹੇ ਹਾਂ, ਇਸ ਸੋਚ ਦੇ ਨਾਲ ਉਹ ਨਹੀਂ ਦਿਸਦਾ। ਤੇ ਅਪਾਰ ਦਾ ਮਤਲਬ ਪਾਰ ਤੋਂ ਰਹਿਤ, ਜਿਹਦਾ ਕੋਈ ਅੰਤ ਹੀ ਨਹੀਂ। ਹੁਣ ਜੇ ਚੀਜ਼ਾਂ ਸੋਚ ਵਿੱਚ ਵਸ ਜਾਣ ਕਿ ਇਹ ਸੰਸਾਰ ਅਨੰਤ ਹੈ, ਰੱਬ ਦੇ ਗੁਣ ਅਨੰਤ ਨੇ, ਮੇਰੇ ਅੰਦਰ ਅਨੰਤ ਗੁਣ ਨੇ, ਮੇਰੇ ਅੰਦਰ ਅਨੰਤ ਗੁਣਾਂ ਦੀਆਂ ਸੰਭਾਵਨਾਵਾਂ ਨੇ, ਮੇਰੇ ਅੰਦਰ ਸੱਚ ਹੈ, ਮੈਂ ਸੱਚ ਬੋਲ ਸਕਦਾ ਹਾਂ। ਜੇ ਇਹ ਚੀਜ਼ਾਂ ਸੋਚ ਦੇ ਅੰਦਰ ਵਸ ਜਾਣ ਤਾਂ ਕਿੰਨਾ ਸੋਹਣਾ ਇਨਸਾਨ ਹੋ ਸਕਦਾ ਨਾ, ਕਿੰਨਾ ਸੋਹਣਾ ਜੀਵਨ ਹੋ ਸਕਦਾ ਹੈ। ਤੂੰ ਗੁਣਦਾਤਾ ਨਿਧਾਨ ਹੈ, ਅਸੀਂ ਅਵਗਣ ਯਾਰ। ਕਿ हे ਪ੍ਰਭੂ, ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ ਔਰ ਦਾਤਾ ਗੁਣ ਦੇਣ ਵਾਲਾ ਹੈ। ਗੁਣਦਾਤਾ ਦਾ ਮਤਲਬ ਗੁਣ ਦੇਣ ਵਾਲਾ। ਨਿਧਾਨ ਦਾ ਮਤਲਬ ਖਜ਼ਾਨਾ। ਕਿ हे ਪ੍ਰਭੂ, ਤੂੰ ਗੁਣਾਂ ਦਾ ਖਜ਼ਾਨਾ ਹੈ ਔਰ ਗੁਣਾਂ ਦੀ ਦਾਤ ਦੇਣ ਵਾਲਾ ਹੈ।
ਦੇਖੋ ਕਿੰਨਾ ਪਿਆਰਾ ਬਚਨ ਹੈ, ਕਿੰਨਾ ਪਿਆਰਾ ਬਚਨ ਹੈ ਕਿ ਰੱਬ ਗੁਣ ਦਾਤਾ ਹੈ, ਗੁਣਾਂ ਦੀ ਦਾਤ ਦੇਣ ਵਾਲਾ ਹੈ। ਰੱਬ ਕੋਲ ਔਗਣ ਹੈ ਹੀ ਨਹੀਂ ਕਿ ਸਾਨੂੰ ਔਗਣ ਦੇ ਦੇਵੇ। ਅਸੀਂ ਕਹਿ ਦਿੰਦੇ ਆ ਕਿ ਰੱਬ ਨੇ ਮਾੜਾ ਕੀਤਾ ਹੈ, ਰੱਬ ਨੇ ਇਹਨੂੰ ਐਸਾ ਕਰ ਦਿੱਤਾ ਹੈ। ਰੱਬ ਐਸਾ ਨਹੀਂ ਕਰਦਾ। ਰੱਬ ਤੇ ਗੁਣਾਂ ਦਾ ਖਜ਼ਾਨਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਇੱਥੇ ਵੀ ਕਹਿ ਰਹੇ ਨੇ ਗੁਣ ਦਾਤਾ। ਨਿਧਾਨ ਦਾ ਮਤਲਬ ਖਜ਼ਾਨਾ। ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦੀ ਦਾਤ ਦੇਣ ਵਾਲਾ ਹੈ। ਇਹਦਾ ਮਤਲਬ ਕਿ ਰੱਬ ਨੇ ਹਰ ਇਨਸਾਨ ਨੂੰ ਗੁਣ ਦਿੱਤੇ ਨੇ ਨਾ, ਕਿਉਂਕਿ ਉਹ ਦਿੰਦਾ ਹੀ ਗੁਣ ਹੈ, ਉਹ ਔਗੁਣ ਦਿੰਦਾ ਹੀ ਨਹੀਂ ਹੈ। ਹੀ ਗੁਣ ਨੇ, ਗੁਣ ਹੀ ਦੇਵੇਗਾ। ਤੇ ਇਹ ਮੈਂ ਬੇਨਤੀ ਰੋਜ਼ ਕਰ ਰਿਹਾ ਕਿ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ। ਇੱਕ ਵੀ ਇਨਸਾਨ ਐਸਾ ਨਹੀਂ ਜਿਹਦੇ ਵਿੱਚ ਗੁਣ ਨਾ ਹੋਣ। ਹੁਣ ਸਵਾਲ ਪੈਦਾ ਹੋਏਗਾ ਕਿ ਜੇ ਰੱਬ ਗੁਣ ਹੀ ਦਿੰਦਾ ਹੈ ਤੇ ਫਿਰ ਔਗਣ ਕਿੱਥੋਂ ਆ ਗਏ? ਦੁਨੀਆ ਵਿੱਚ ਤੇ ਗੁਣ ਦਿਸਦਾ ਨਹੀਂ, ਔਗਣ ਕਿੱਥੋਂ ਆ ਗਏ? ਇਹ ਚੀਜ਼ ਦੀ ਸਮਝ ਸਾਨੂੰ ਇੱਕ ਪਲ ਵਿੱਚ ਆ ਜਾਏਗੀ। ਹੁਣ ਹਨੇਰਾ ਕਿੱਥੋਂ ਹੋ ਜਾਂਦਾ ਹੈ? ਤੁਹਾਡੇ ਘਰ ਦੇ ਵਿੱਚ ਤੇ ਚਾਨਣ ਸੀ, ਸੂਰਜ ਚੜਿਆ ਹੋਇਆ ਹੈ, ਤੇ ਤੁਹਾਡੇ ਕਮਰੇ ਵਿੱਚ ਹਨੇਰਾ ਕਿਉਂ ਹੋ ਗਿਆ ਜਦੋਂ ਕਿ ਸੂਰਜ ਚਮਕ ਰਿਹਾ ਬਾਹਰ? ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਆਪਣੀਆਂ ਬਾਰੀਆਂ, ਰੋਸ਼ਨਦਾਨ, ਦਰਵਾਜ਼ੇ ਬੰਦ ਕਰਕੇ ਅੰਦਰੋਂ ਪਰਦੇ ਤਾਣ ਲਏ ਨੇ ਤੇ ਲਾਈਟ ਬੰਦ ਕਰ ਲਈ ਹੈ। ਤੁਹਾਡੇ ਕਮਰੇ 'ਚ ਹਨੇਰਾ ਹੋ ਗਿਆ। ਹਾਲਾਂਕਿ ਥੋੜੀ ਜੀ ਬਾਰੀ ਖੋਲੋ, ਮਾੜੀ ਜੀ ਝਰੀਟ ਖੁੱਲਦਿਆਂ ਹੀ ਅੰਦਰ ਚਾਨਣ, ਸੂਰਜ ਦਸਤਕ ਦੇ ਰਿਹਾ ਹੈ ਕਿ ਦਰਵਾਜ਼ਾ ਖੋਲ, ਮੈਂ ਤੇਰੇ ਕਮਰੇ ਨੂੰ ਚਾਨਣ ਦੇ ਨਾਲ ਭਰਾਂ। ਤਾਂ ਜਦੋਂ ਅਸੀਂ ਚਾਨਣ ਦੀ ਵਰਤੋਂ ਨਹੀਂ ਕਰਦੇ, ਚਾਨਣ ਨੂੰ ਖਤਮ ਕਰ ਦਿੰਦੇ ਹਾਂ, ਹਨੇਰਾ ਆਪ ਹੀ ਹੋ ਜਾਂਦਾ ਹੈ। ਔਗਣ ਸਾਡੇ ਅੰਦਰ ਉਦੋਂ ਆ ਜਾਂਦੇ ਨੇ ਜਦੋਂ ਅਸੀਂ ਗੁਣਾਂ ਦੀ ਵਰਤੋਂ ਨਹੀਂ ਕਰਦੇ। ਤੁਸੀਂ ਸਾਰੇ ਖੇਤੀਬਾੜੀ ਦੇ ਨਾਲ ਬਹੁਤੇ ਵੀਰ ਭੈਣਾਂ ਸੰਬੰਧ ਰੱਖਦੇ ਹੋ। ਜਦੋਂ ਅਸੀਂ ਫਸਲ ਬੀਜਦੇ ਹਾਂ ਤਾਂ ਫਸਲ ਉਗਦੀ ਹੈ, ਪਰ ਜੇ ਪੈਲੀ ਵਿੱਚ ਫਸਲ ਨਾ ਬੀਜੀ ਜਾਏ ਤੇ ਘਾਸ ਫੂਸ ਉਗਾਉਣ ਲਈ ਯਤਨ ਨਹੀਂ ਕਰਨਾ ਪੈਂਦਾ, ਉਹ ਆਪ ਹੀ ਉਗ ਪੈਂਦਾ। ਕਣਕ ਦੇ ਵਿੱਚ ਨਦੀਨ ਬਿਨਾਂ ਬੀਜਣ ਤੋਂ ਉਗਦਾ ਹੈ, ਉਹਨੂੰ ਪੁੱਟ ਕੇ ਬਾਹਰ ਸੁੱਟਣਾ ਪੈਂਦਾ। ਫਸਲ ਬੀਜਣੀ ਪੈਂਦੀ ਹੈ, ਨਦੀਨ ਆਪਣੇ ਆਪ ਉਗ ਪੈਂਦਾ। ਗੁਣ ਬੀਜਣੇ ਪੈਂਦੇ ਨੇ, ਵਰਤਨੇ ਪੈਂਦੇ ਨੇ, ਔਗਣ ਆਪ ਹੀ ਆ ਜਾਂਦੇ ਨੇ। ਜਦੋਂ ਗੁਣਾਂ ਦੀ ਵਰਤੋਂ ਨਹੀਂ ਕਰੋਗੇ ਤੇ ਫਿਰ ਔਗਣ ਆ ਜਾਣਗੇ। ਕੁਦਰਤ ਦਾ ਨਿਯਮ ਹੈ ਕਿ ਜਿੱਥੋਂ ਅਸੀਂ ਇੱਕ ਚੀਜ਼ ਨੂੰ ਹਟਾਉਂਦੇ ਹਾਂ, ਦੂਜੀ ਚੀਜ਼ ਆਪ ਹੀ ਆ ਜਾਂਦੀ ਹੈ। ਜਿਵੇਂ ਇੱਕ ਗਲਾਸ ਪਾਣੀ ਦਾ ਭਰਿਆ ਹੋਇਆ, ਤੁਸੀਂ ਉਹ ਗਲਾਸ ਪਾਣੀ ਦਾ ਡੋਲ ਦਿੱਤਾ, ਗਲਾਸ ਖਾਲੀ ਹੋ ਗਿਆ, ਪਰ ਸਾਡੇ ਖਿਆਲ ਵਿੱਚ ਖਾਲੀ ਹੋਇਆ ਹੈ। ਕੁਦਰਤ ਨੇ ਉਹਨੂੰ ਨਾਲ ਦੇ ਨਾਲ ਹਵਾ ਦੇ ਨਾਲ ਭਰ ਦਿੱਤਾ ਹੈ। ਪਾਣੀ ਡੋਲਦਿਆਂ ਹੀ ਹਵਾ ਅੰਦਰ ਆ ਗਈ। ਇਸੇ ਤਰ੍ਹਾਂ ਸੱਚ ਨੂੰ ਅੰਦਰੋਂ ਜਦੋਂ ਕੱਢ ਦਿਓਗੇ, ਝੂਠ ਆਟੋਮੈਟਿਕਲੀ ਆ ਜਾਣਾ ਹੈ। ਝੂਠ ਨੂੰ ਲਿਆਉਣ ਦੀ ਲੋੜ ਨਹੀਂ ਹੈ। ਪ੍ਰੇਮ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦਿਓਗੇ ਤਾਂ ਈਰਖਾ, ਜੈਲਸੀ ਆਟੋਮੈਟਿਕਲੀ ਅੰਦਰ ਆ ਜਾਏਗੀ। ਨਿਮਰਤਾ ਨੂੰ ਅੰਦਰੋਂ ਕੱਢ ਦਿਓਗੇ, ਹੰਕਾਰ ਆਟੋਮੈਟਿਕਲੀ ਆ ਜਾਏਗਾ। ਸਹਿਨਸ਼ੀਲਤਾ ਨੂੰ ਅੰਦਰੋਂ ਕੱਢ ਦਿਓ, ਬੇਸਬਰੀ ਆਪਣੇ ਆਪ ਅੰਦਰ ਆ ਜਾਏਗੀ, ਕਾਲਾਪਨ ਆਪਣੇ ਆਪ ਅੰਦਰ ਆ ਜਾਣਾ। ਤਾਂ ਰੱਬ ਤਾਂ ਗੁਣ ਦੇ ਰਿਹਾ ਹੈ, ਅਸੀਂ ਗੁਣਾਂ ਨੂੰ ਵਰਤ ਹੀ ਨਹੀਂ ਰਹੇ। ਤੂੰ ਗੁਣਦਾਤਾ ਨਿਧਾਨ ਹੈ, हे ਪ੍ਰਭੂ ਤੂੰ ਗੁਣਾਂ ਦਾ ਦਾਤਾ ਹੈ, ਗੁਣਾਂ ਦਾ ਖਜ਼ਾਨਾ ਹੈ। ਅਸੀਂ ਅਵਗੁਣਿਆਰ, ਅਸੀਂ ਅਵਗੁਣਾਂ ਨੂੰ ਵਰਤ ਰਹੇ ਹਾਂ, ਅਸੀਂ ਗੁਣਾਂ ਨੂੰ ਵਰਤ ਨਹੀਂ ਰਹੇ। ਅਸੀਂ ਤੇਰੇ ਗੁਣਾਂ ਤੋਂ ਸਖਣੇ ਹੋ ਗਏ। ਪਰ ਹੁਣ ਗੁਣਾਂ ਨੂੰ ਵਰਤੇਗਾ ਕੌਣ? ਕਿਵੇਂ ਵਰਤਿਆ ਜਾਏ? ਜਿਸ ਬਖਸ਼ੇ ਸੋ ਪਾਏ ਸੀ, ਗੁਰ ਸ਼ਬਦੀ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਜਿਹਨੂੰ ਰੱਬ ਇਹ ਚੀਜ਼ ਬਖਸ਼ੇਗਾ ਨਾ, ਗੁਰੂ ਸ਼ਬਦ ਦੀ ਵਿਚਾਰ ਬਖਸ਼ੇਗਾ, ਉਹ ਇਹਨਾਂ ਗੁਣਾਂ ਨੂੰ ਪਾ ਲਏਗਾ। ਗੁਰੂ ਦੇ ਸ਼ਬਦ ਦੀ ਰਾਹੀਂ ਅਜਿਹੀ ਸਵੱਛ ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਤੇ ਪ੍ਰਭੂ ਦੀ ਦਇਆ ਹੁੰਦੀ ਹੈ। ਯਾਨੀ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਸਾਨੂੰ ਇਹ ਵਿਚਾਰ ਮਿਲੇਗੀ। ਗੁਰੂ ਸ਼ਬਦ ਨੂੰ ਵਿਚਾਰਿਆ ਮਤਲਬ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏਗੀ ਕਿ ਰੱਬ ਗੁਣਾਂ ਦਾ ਦਾਤਾ ਹੈ, ਗੁਣ ਦਿੰਦਾ ਹੈ, ਤੇ ਰੱਬ ਫਿਰ ਉਸ ਨੂੰ ਗੁਣ ਬਖਸ਼ੇਗਾ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਜੋ ਗਿਆਨ ਦੀ ਸਹੀ ਵਰਤੋਂ ਕਰੇਗਾ। ਗੁਰੂ ਸ਼ਬਦ ਦੀ ਵਿਚਾਰ ਰਾਹੀਂ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਪ੍ਰਭੂ ਰਹਿਮਤ ਔਰ ਬਖਸ਼ਿਸ਼ ਕਰਦਾ ਹੈ। ਗੁਰੂ ਜੀ ਰਹਿਮਤ ਬਖਸ਼ਿਸ਼ ਕਰਨ, ਜੋ ਗੁਣਾਂ ਦਾ ਖਜ਼ਾਨਾ ਸਾਡੇ ਅੰਦਰ ਵਸ ਰਿਹਾ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ।
ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਏ ਔਰ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਅੰਦਰ ਜੋ ਗੁਣਾਂ ਦਾ ਖਜ਼ਾਨਾ ਹੈ ਉਹਨੂੰ ਵਰਤੀਏ ਔਰ ਅਸੀਂ ਸੁਖ ਸ਼ਾਂਤੀ ਆਨੰਦ ਖੇੜਾ ਮਹਿਸੂਸ ਕਰੀਏ ਔਰ ਇਸ ਜਗਤ ਦੇ ਅੰਦਰ ਵੀ ਸੁਖ ਔਰ ਸ਼ਾਂਤੀ ਵਰਤਾਨ ਦਾ ਕਾਰਨ ਬਣੀਏ। ਇਹ ਪੂਰੀ ਦੁਨੀਆ ਮੈਂ ਰੋਜ਼ ਕਹਿ ਰਿਹਾ ਇੱਕ ਹੋ ਸਕਦੀ ਹੈ, ਇਹ ਦੁਨੀਆ ਸਵਰਗ ਹੋ ਸਕਦੀ ਹੈ, ਸਾਡੇ ਘਰ ਪਰਿਵਾਰ ਸਵਰਗ ਹੋ ਸਕਦੇ ਨੇ ਜੇ ਅਸੀਂ ਥੋੜੀ ਜਿਹੀ ਖੇਚਲ ਕਰੀਏ ਨਾ, ਥੋੜੀ ਜਿਹੀ ਘਾਲਣਾ ਘਾਲੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਪ੍ਰਣ ਲੈ ਲਵੀਏ ਤਾਂ ਅਸੀਂ ਦੁਨੀਆ ਨੂੰ ਬਦਲ ਸਕਦੇ ਹਾਂ। ਦੁਨੀਆ ਸਾਰੀ ਦੀ ਸਾਰੀ ਬਦਲ ਸਕਦੀ ਹੈ। ਇਹ ਦੁਨੀਆ ਬੇਗਮਪੁਰਾ ਹੋ ਸਕਦੀ ਹੈ। ਇਹ ਸੰਭਾਵਨਾ ਸਾਡੇ ਅੰਦਰ, ਹਰ ਇਨਸਾਨ ਦੇ ਅੰਦਰ, ਹਰ ਵਕਤ, ਹਰ ਥਾਂ ਤੇ ਮੌਜੂਦ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਸਵਾਲ ਕਰ ਸਕਦਾ ਹੈ ਤੇ ਜੇ ਕਿਸੇ ਵੀਰ ਭੈਣ ਨੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਚਾਰ ਦੇ ਸਕਦਾ ਹੈ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ